ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਗੁਰਚਰਨ ਸਿੰਘ ਤੁਹਾਡਾ ਆਪਣੇ ਚੈਨਲ ਮੈਥ ਸਟੱਡੀ ਆਫ ਰੀਜ਼ਨਸ ਤੇ ਸਵਾਗਤ ਕਰਦਾ ਹਾਂ। ਸੋ ਅੱਜ ਅਸੀਂ ਜੋ ਜੁਲਾਈ ਟੈਸਟ ਸਾਡੇ ਹੋਣ ਜਾ ਰਹੇ ਨੇ ਉਹਨਾਂ ਦਾ ਜੋ ਸੈਂਪਲ ਪੇਪਰ ਤੁਹਾਨੂੰ ਗਰੁੱਪਸ ਦੇ ਵਿੱਚ ਮਿਲਿਆ ਹੋਵੇਗਾ ਉਹਦਾ ਸੋਲੂਸ਼ਨ ਜਿਹੜਾ ਵਾ ਉਹ ਸਟੱਡੀ ਕਰਾਂਗੇ। ਸੋ ਤਕਰੀਬਨ ਸਾਡਾ ਜਿਹੜਾ ਜੁਲਾਈ ਟੈਸਟ ਆ ਉਹ ਇਸ ਸੈਂਪਲ ਪੇਪਰ ਦੇ ਨਾਲ ਮਿਲਦਾ ਜੁਲਦਾ ਹੀ ਤੁਹਾਨੂੰ ਮਿਲੇਗਾ। ਸਭ ਤੋਂ ਪਹਿਲਾਂ ਤਾਂ ਅਸੀਂ ਇਹਦੇ ਪੈਟਰਨ ਦੇ ਬਾਰੇ ਗੱਲ ਕਰ ਲੈਂਦੇ ਹਾਂ। ਕੁੱਲ ਜਿਹੜੇ ਅੰਕ ਨੇ ਉਹ ਸਾਡੇ ਕੋਲ ਇੱਥੇ 20 ਅੰਕਾਂ ਦਾ ਸਾਡੇ ਕੋਲ ਜਿਹੜਾ ਜੁਲਾਈ ਟੈਸਟ ਵਾ ਉਹ ਆਏਗਾ ਇੱਥੇ 20 ਅੰਕਾਂ ਦਾ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੇ 8 ਪ੍ਰਸ਼ਨ ਹੋਣਗੇ ਇੱਕ ਨੰਬਰਾਂ ਦੇ 8 ਪ੍ਰਸ਼ਨ, ਜਿਹਦਾ ਜਵਾਬ ਇੱਕ ਜਾਂ ਦੋ ਲਾਈਨਾਂ ਦੇ ਵਿੱਚ ਆਏਗਾ। ਉਸ ਤੋਂ ਬਾਅਦ ਸੈਕੰਡਲੀ ਸਾਡੇ ਕੋਲ 2 ਪ੍ਰਸ਼ਨ ਜਿਹੜੇ ਆ ਉਹ 2-2 ਨੰਬਰਾਂ ਦੇ ਹੋਣਗੇ, 2 ਮਾਰਕਸ ਦਾ ਐਂਡ 2 ਮਾਰਕਸ। ਸੋ ਦੋਨੇ ਜਿਹੜੇ ਪ੍ਰਸ਼ਨ ਹੋਣਗੇ 2-2 ਮਾਰਕਸ ਦੇ ਹੋਣਗੇ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਥਰਡ 11ਵਾਂ ਤੇ 12ਵਾਂ ਪ੍ਰਸ਼ਨ ਆ ਉਹਦੇ ਵਿੱਚ ਸਾਨੂੰ ਜਾਂ ਮਿਲੇਗਾ। ਸੋ ਇਹ ਦੋਨੇ ਪ੍ਰਸ਼ਨ ਜਿਹੜੇ ਆ ਸਾਡੇ ਕੋਲ 4-4 ਮਾਰਕਸ ਦੇ ਹੋਣਗੇ, ਮਤਲਬ 4 ਮਾਰਕਸ ਦਾ ਇਹ ਕੁਐਸਚਨ ਆ, 4 ਮਾਰਕਸ ਦਾ ਇਹ ਆ। ਬਟ ਇਹਦੇ ਵਿੱਚੋਂ ਤੁਸੀਂ ਕੋਈ ਇੱਕ ਅਟੈਂਪਟ ਕਰਨਾ ਕਿਉਂਕਿ ਇਹਦੇ ਵਿੱਚ ਜਾਂ, ਸੋ ਇਹ ਧਿਆਨ ਰੱਖਣਾ। ਸੋ ਪੈਟਰਨ ਪਹਿਲਾਂ ਸਮਝ ਲਈਏ। ਸੋ ਉਸ ਤੋਂ ਬਾਅਦ ਜਿਹੜਾ 12ਵਾਂ ਪ੍ਰਸ਼ਨ ਆ ਉਹਦੇ ਵਿੱਚ ਵੀ ਤੁਹਾਡੇ ਕੋਲ ਇੱਕ MCQ, ਮਤਲਬ ਇੱਕ ਤੁਹਾਡੇ ਕੋਲ ਮੈਚ ਦਾ ਕਾਲਮ ਆਏਗਾ, ਸਹੀ ਦਾ ਸਹੀ ਨਾਲ ਮਿਲਾਨ, ਬੜਾ ਹੀ ਈਜ਼ੀ ਕੁਐਸਚਨ, ਤੇ ਇੱਕ ਜਾਂ ਤੁਹਾਡੇ ਕੋਲ ਇਹ ਆਏਗਾ ਕੋਈ ਇੱਕ ਤੁਸੀਂ ਆਨਸਰ ਜਿਹੜਾ ਵਾ ਉਹ ਦੇਣਾ। ਸੋ ਆਓ ਅਸੀਂ ਇਹਨੂੰ ਸਟਾਰਟ ਕਰਦੇ ਹਾਂ। ਸੋ ਸਾਡੇ ਕੋਲ ਥੋੜਾ ਜਿਹਾ ਅਸੀਂ ਲਿਖ ਕੇ ਇੱਥੇ ਥੋੜਾ ਜਿਹਾ ਕਰ ਲੈਂਦੇ ਹਾਂ ਕਿ ਸਾਡੇ ਕੋਲ 8 ਜਿਹੜੇ ਪ੍ਰਸ਼ਨ ਆ ਉਹ ਇੱਕ ਨੰਬਰ ਦੇ ਆਉਣਗੇ, ਸਾਡੇ ਕੋਲ 8 ਨੰਬਰ ਬਣ ਜਾਣੇ ਆ। 2 ਪ੍ਰਸ਼ਨ ਜਿਹੜੇ ਆ ਉਹ 2-2 ਨੰਬਰਾਂ ਦੇ ਆਉਣਗੇ, ਸਾਡੇ ਕੋਲ 4 ਨੰਬਰ ਬਣ ਗਏ। ਤੇ 2 ਪ੍ਰਸ਼ਨ ਸਾਡੇ ਕੋਲ 4-4 ਨੰਬਰ ਦੇ ਆਉਣਗੇ ਤਾਂ 8 ਬਣ ਜਾਣਗੇ। ਸੋ ਸਾਡੇ ਕੋਲ 8-4 12 ਤੇ 8 20 ਨੰਬਰਾਂ ਦਾ ਜਿਹੜਾ ਵਾ ਉਹ ਪੇਪਰ ਜਿਹੜਾ ਉਹ ਬਣ ਗਿਆ। ਸੋ ਆਓ ਅਸੀਂ ਇਹਨੂੰ ਸਟਾਰਟ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਅਸੀਂ ਇਹਨੂੰ ਸੋਲਵ ਕਰ ਸਕਦੇ ਹਾਂ। ਸੋ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਕਿ ਵਰਗਮੂਲ 3 ਇੱਕ ਡੈਸ਼ ਸੰਖਿਆ ਹੈ। ਇਹ ਪਰਿਮੇਯ ਸੰਖਿਆ ਹੁੰਦੀ ਆ ਕਿ ਅਪਰਿਮੇਯ ਸੰਖਿਆ ਹੁੰਦੀ ਹੈ, ਇਹ ਤੁਸੀਂ ਦੱਸਣਾ ਵਾ। ਸੋ ਵੈਸੇ ਵੀ ਮੈਂ ਬੱਚਿਆਂ ਨੂੰ ਦੱਸਦਾ ਹੁੰਦਾ ਵਾ ਕਿ 1 ਦਾ ਸਕੁਅਰ ਜਿਹੜਾ ਵਾ ਉਹ 1 ਹੁੰਦਾ ਵਾ, 2 ਦਾ ਸਕੁਅਰ ਜਿਹੜਾ ਵਾ ਉਹ 4 ਹੁੰਦਾ ਵਾ, 3 ਦਾ ਸਕੁਅਰ ਜਿਹੜਾ ਉਹ 9 ਹੁੰਦਾ ਵਾ, 4 ਦਾ ਸਕੁਅਰ ਜਿਹੜਾ ਉਹ 16 ਹੁੰਦਾ ਵਾ। ਇਦਾਂ ਹੀ ਤੁਸੀਂ ਚੱਲੀ ਜਾਓਗੇ, ਜਿਹੜੀਆਂ ਰਕਮਾਂ ਇਹਦੇ ਵਿੱਚ ਵੱਜ ਜਾਂਦੀਆਂ, ਦੇਖੋ 1 ਤੋਂ ਬਾਅਦ 1 ਤੋਂ ਬਾਅਦ 2 3 ਆਉਣਾ ਸੀ, 2 ਤੇ 3, ਇਸ ਤੋਂ ਬਾਅਦ 5 6 7 8 ਇਹਦੇ ਵਿੱਚ ਨਹੀਂ ਹੈਗਾ। ਸੋ ਜਿਹੜੀਆਂ ਇਹ ਰਕਮਾਂ ਬਚਦੀਆਂ ਵਾ ਇਹਨਾਂ ਦੇ ਉੱਤੇ ਜੇ ਅਸੀਂ ਵਰਗਮੂਲ ਭਰ ਦਈਏ ਤਾਂ ਇਹ ਸਾਰੀਆਂ ਹੀ ਸੰਖਿਆਵਾਂ ਸਾਡੇ ਕੋਲ ਕੀ ਹੁੰਦੀਆਂ ਵਾ, ਅਪਰਿਮੇਯ ਸੰਖਿਆਵਾਂ ਹੁੰਦੀਆਂ ਵਾ। ਸੋ ਸਾਡੇ ਕੋਲ ਪਹਿਲਾ ਆਨਸਰ ਜਾਂ ਤਾਂ ਤੁਸੀਂ ਟਿਕ ਮਾਰ ਸਕਦੇ ਆ ਜਾਂ ਤੁਸੀਂ ਇੱਥੇ ਲਿਖ ਸਕਦੇ ਆ ਕਿ ਇਹ ਅਪਰਿਮੇਯ ਸੰਖਿਆ ਵਾ। ਸੋ ਧਿਆਨ ਨਾਲ ਨੋਟ ਕਰ ਲਓ, ਇਹ ਅਪਰਿਮੇਯ ਸੰਖਿਆ ਸਾਡੇ ਕੋਲ ਜਿਹੜੀ ਆ ਜਾਏਗੀ, ਅਪਰਿਮੇਯ ਸੰਖਿਆ ਹੈ। ਸੋ ਤਰੀਕਾ ਇਹੀ ਕਿ 1 ਦਾ ਸਕੁਅਰ 1 ਹੁੰਦਾ, ਜਿਹੜੇ ਅੱਖਰ ਵਿੱਚ ਬਚ ਗਏ ਉਹਨਾਂ ਦੇ ਵਰਗਮੂਲ, ਜਿੱਦਾਂ 6 ਦਾ ਵਰਗਮੂਲ, 7 ਦਾ ਵਰਗਮੂਲ, 8 ਦਾ ਵਰਗਮੂਲ, ਉਸ ਤੋਂ ਬਾਅਦ ਇੱਧਰਲੇ ਬੰਨੇ 9 ਤੋਂ ਬਾਅਦ ਕੀ ਬਚ ਗਿਆ, 10 11 12 13 14 15, ਇਹਨਾਂ ਸਾਰਿਆਂ ਦੇ ਜਿਹੜੇ ਵਰਗਮੂਲ ਆ ਇਹ ਸਭ ਅਪਰਿਮੇਯ ਸੰਖਿਆਵਾਂ ਹੁੰਦੀਆਂ ਵਾ। ਸੋ ਇਹ ਤੁਹਾਡੀ ਐਕਸਪਲੇਨੇਸ਼ਨ ਆ। ਸੋ ਜਦੋਂ ਤੁਸੀਂ ਇਹਨੂੰ ਕਾਪੀ ਤੇ ਅਟੈਂਪਟ ਕਰੋਗੇ ਤਾਂ ਤੁਸੀਂ ਸਿੰਪਲੀ ਇਹ ਵੀ ਲਿਖ ਸਕਦੇ ਆ। ਸੋ ਪਹਿਲਾ ਉੱਤਰ ਜਿਹੜਾ ਹੋਏਗਾ ਸਾਡਾ ਜਾਂ ਪਹਿਲਾ ਹੱਲ ਜ਼ਿਆਦਾ ਬੈਟਰ ਰਹੇਗਾ। ਸੋ ਅਸੀਂ ਲਿਖ ਦਾਂਗੇ ਅਪਰਿਮੇਯ ਸੰਖਿਆ ਸਾਡੇ ਕੋਲ ਜਿਹੜਾ ਇਹਦਾ ਤੁਹਾਨੂੰ 1 ਨੰਬਰ ਮਿਲ ਜੇ। ਉਸ ਤੋਂ ਬਾਅਦ ਦੂਜਾ ਪ੍ਰਸ਼ਨ ਆ, ਕਹਿੰਦੇ ਕਿ ਦਸ਼ਮਲਵ ਪ੍ਰਸਾਰ, ਜਿਹੜਾ ਦੇਖੋ ਜਿਹੜਾ 1 ਨੰਬਰ ਦਾ ਪ੍ਰਸ਼ਨ ਆ ਉਹਦੀ ਕੋਈ ਤੁਸੀਂ ਜ਼ਿਆਦਾ ਐਕਸਪਲੇਨੇਸ਼ਨ ਨਹੀਂ ਕਰਨੀ, ਤੁਸੀਂ ਸਿੰਪਲ ਆਪਣਾ ਆਈਡੀਆ ਕਨਸੈਪਟ ਕਰਕੇ ਦੇਖੋ ਇਹਦਾ ਡਿਨੋਮੀਨੇਟਰ ਦੇਖਣਾ ਹੁੰਦਾ, ਮਤਲਬ ਕੋਈ ਵੀ ਸੰਖਿਆ ਉਹਦਾ ਅੰਸ਼ ਹੁੰਦਾ ਵਾ ਤੇ ਹਰ ਹੁੰਦਾ ਵਾ। ਅਸੀਂ ਇੱਥੇ ਹਰ ਦੇਖਾਂਗੇ ਜਦੋਂ ਅਸੀਂ ਕਦੀ ਸ਼ਾਂਤ ਦੇਖਣਾ ਹੋਵੇ ਜਾਂ ਅਸ਼ਾਂਤ ਆਵਰਤੀ ਦੇਖਣਾ ਹੋਵੇ, ਤੁਹਾਨੂੰ ਕੋਈ ਹੋਰ ਵੀ ਸਮ ਪੇਪਰ ਦੇ ਵਿੱਚ ਆ ਜਾਵੇ, ਤੁਸੀਂ ਬਸ ਉਹਦਾ ਹਰ ਦੇਖਣਾ ਵਾ। ਸਭ ਤੋਂ ਪਹਿਲਾਂ ਇਹ ਚੈੱਕ ਕਰ ਲਓ ਕਿਤੇ ਕੈਂਸਲ ਤਾਂ ਨਹੀਂ ਹੁੰਦੇ 17/8। ਦੇਖੋ 17/8 ਕਿਸੇ ਵੀ ਤਰੀਕੇ ਨਾਲ ਕੈਂਸਲ ਨਹੀਂ ਹੁੰਦੇ, ਜੇ 2 ਤੇ ਕੱਟਦੇ ਆ ਨਾ 17 ਜਾਂਦਾ ਪਰ 8 ਚੱਲ ਜਾਂਦਾ, ਪਰ ਦੋਨੇ ਇੱਕੋ ਟੇਬਲ ਤੇ ਕਿਸੇ ਤੇ ਨਹੀਂ ਜਾਂਦੇ, ਪਹਿਲਾਂ ਇਹ ਚੈੱਕ ਕਰ ਲਓ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਜਿਹੜਾ ਇਹਦਾ ਹਰ ਵਾ ਉਹ ਕਿੰਨਾ ਵਾ। ਸੋ ਸਾਡੇ ਕੋਲ ਇੱਥੇ ਹਰ ਜਿਹੜਾ ਵਾ ਉਹ 8 ਵਾ, ਜਿਹੜਾ ਹਰ ਵਾ ਉਹ 8 ਵਾ। ਤੁਸੀਂ 8 ਦਾ ਇਸ ਤਰੀਕੇ ਦੇ ਨਾਲ ਅਭਾਜ ਗੁਣਨਖੰਡ ਕਰੋ, ਤੁਹਾਡੇ ਕੋਲ ਆ ਜਾਏਗਾ 2 ਚੌਕਾ 8, 2 ਦੂਣੀ 4 ਤੇ 2 ਏਕਮ 2। ਤੁਹਾਡੇ ਕੋਲ ਸਿਰਫ ਤੇ ਸਿਰਫ 2 ਹੀ ਆ ਰਿਹਾ। ਜੇ ਤਾਂ ਤੁਹਾਡੇ ਕੋਲ ਕੱਲਾ 2 ਹੀ ਆ ਜਾਵੇ ਜਾਂ ਕੱਲਾ 5 ਆ ਜਾਵੇ ਜਾਂ 2 ਤੇ 5 ਆਵੇ, ਹੋਰ ਕੋਈ ਵੀ ਅੱਖਰ ਨਾ ਆਵੇ, ਤਾਂ ਯਾਦ ਰੱਖਣਾ ਹਮੇਸ਼ਾ ਜਿਹੜੇ ਆ ਉਹ ਸ਼ਾਂਤ ਹੁੰਦਾ। ਮਤਲਬ ਜੇ ਤੁਹਾਡੇ ਕੋਲ ਸਪੋਜ਼ ਕਰੋ ਇੱਥੇ 7/8
ਸਪੋਜ਼ ਕਰੋ ਇੱਥੇ ਤੁਹਾਡੇ ਕੋਲ 15 ਹੁੰਦਾ, 17/15 ਤੁਹਾਡੇ ਕੋਲ ਇੱਥੇ 15 ਆ ਗਿਆ ਸੀ। 15 ਦਾ ਤੁਹਾਡੇ ਕੋਲ ਕਿੰਨਾ ਆ ਜਾਣਾ ਸੀ ਭਾਜ ਗੁਣਨਖੰਡ ਵਿਧੀ ਰਾਹੀਂ 3 5 15 5 1 5। ਦੇਖੋ ਤੁਹਾਡੇ ਕੋਲ 3 ਆ ਜਾਣਾ ਸੀ ਤੇ 5 ਆ ਜਾਣਾ ਸੀ। ਸੋ ਇਹਦੇ ਵਿੱਚ 3 ਜਿਹੜਾ ਵਾਧੂ ਆ ਗਿਆ, ਮਤਲਬ ਸਾਡੇ ਕੋਲ ਸਿਰਫ 2 ਜਾਂ 5 ਹੀ ਚਾਹੀਦਾ ਹੁੰਦਾ ਵਾ। 2 ਜਿੰਨੇ ਮਰਜ਼ੀ ਆ ਜਾਣ, 5 ਜਿੰਨੇ ਮਰਜ਼ੀ ਆ ਜਾਣ, ਬਟ ਸਾਡੇ ਕੋਲ ਇੱਥੇ 3 ਜਿਹੜਾ ਵਾ ਉਹ ਵੱਖਰਾ ਆ ਗਿਆ। ਇਸ ਕਰਕੇ ਜਿਹੜਾ ਇਹਦਾ ਹੋਊਗਾ ਇਹ ਅਸ਼ਾਂਤ ਆਵਰਤੀ ਹੋਊਗਾ। ਠੀਕ ਹੈ, ਸੋ ਇੱਥੇ ਬਟ ਸਾਡਾ ਕੀ ਆਏਗਾ ਸ਼ਾਂਤ। ਸੋ ਅਸੀਂ ਜਦੋਂ ਦੂਜਾ ਹੱਲ ਲਿਖਾਂਗੇ ਸਾਡੇ ਕੋਲ ਆਨਸਰ ਕਿੰਨਾ ਆ ਜਾਏਗਾ ਕਿ ਇਹ ਹੈਗਾ ਵਾ ਸ਼ਾਂਤ ਕੱਲਾ। ਡਨ। ਸੋ ਇੰਨਾ ਕੁ ਸਾਡਾ ਜਿਹੜਾ ਐਕਸਪਲੇਨੇਸ਼ਨ ਹੋਏਗੀ, ਬਾਕੀ ਸਾਰਾ ਕੁਝ ਤੁਸੀਂ ਰਫ ਵਰਕ ਦੇ ਵਿੱਚ ਕਰ ਸਕਦੇ ਹੋ। ਠੀਕ ਹੈ ਜੀ। ਸੋ ਕਿਉਂਕਿ ਸਾਡੇ ਕੋਲ ਇੱਥੇ 8 ਸੀਗਾ, ਮੈਂ ਦੁਬਾਰਾ ਰਿਪੀਟ ਕਰ ਰਿਹਾ, 8 ਦੇ ਵਿੱਚ ਸਿਰਫ ਤੇ ਸਿਰਫ 2 ਗੁਣਾ 2 ਗੁਣਾ ਤੇ 2 ਹੀ ਆ ਰਿਹਾ, ਸਿਰਫ 2 ਹੀ ਆ ਰਿਹਾ। ਜੇ ਕੱਲਾ 2 ਆ ਰਿਹਾ ਤਾਂ ਸ਼ਾਂਤ ਹੋਏਗਾ, ਜੇ ਕੱਲਾ 5 ਵੀ ਆ ਰਿਹਾ ਤਾਂ ਵੀ ਸ਼ਾਂਤ ਹੋਊਗਾ, ਜੇ 2 ਤੇ 5 ਦੋਨੇ ਆ ਜਾਂਦੇ ਤਾਂ ਵੀ ਸ਼ਾਂਤ ਹੀ ਰਹੇਗਾ। ਬਟ ਜੇ ਕੋਈ ਹੋਰ ਅੱਖਰ ਆ ਜਾਏਗਾ, 3 ਆ ਜਾਵੇ, 7 ਆ ਜਾਵੇ, 11 ਆ ਜਾਵੇ, ਤਾਂ ਇਹਨੂੰ ਅਸੀਂ ਅਸ਼ਾਂਤ ਆਵਰਤੀ ਤੇ ਟਿਕ ਮਾਰਾਂਗੇ। ਸੋ ਆਈ ਥਿੰਕ ਕਲੀਅਰ ਹੋਏਗਾ। ਉਸ ਤੋਂ ਬਾਅਦ ਤੀਜੇ ਹੱਲ ਦੀ ਗੱਲ ਕਰਾਂਗੇ। ਸੋ ਤੀਜਾ ਹੱਲ ਤਾਂ ਤੁਹਾਡਾ ਇੱਥੇ ਹੀ ਹੋ ਜਾਏਗਾ। ਸੋ ਤੁਸੀਂ ਇਦਾਂ ਦੀ ਡਾਇਗਰਾਮ ਬਣਾ ਕੇ ਈਜ਼ੀਲੀ ਤੀਜਾ ਹੱਲ ਜਿਹੜਾ ਵਾ ਉਹ ਕਰ ਸਕਦੇ ਆ, ਕਿਉਂਕਿ ਸਾਡੇ ਕੋਲ ਇੱਥੇ 2 ਖਾਲੀ ਥਾਵਾਂ, ਇੱਕ ਆਹ ਫਿਲ ਕਰਨੀ ਹੈ, ਇੱਕ ਅਸੀਂ ਆਹ ਫਿਲ ਕਰਨੀ ਹੈ। ਸੋ ਜਦੋਂ ਅਸੀਂ ਇਹਦਾ ਬਾਕਸਿਸ ਬਣਾਵਾਂਗੇ ਇਸ ਤਰੀਕੇ ਨਾਲ, ਦੇਖੋ ਤੁਸੀਂ ਇਹ ਪੈਟਰਨ ਬਣਿਆ ਕਿੱਦਾਂ ਹੋਇਆ। ਤੁਸੀਂ ਜਦੋਂ ਇਹਨੂੰ ਦੇਖੋਗੇ ਤੁਹਾਡੇ ਕੋਲ ਇਸ ਤਰੀਕੇ ਨਾਲ ਹੀ ਬਣਿਆ ਹੋਇਆ ਵਾ। ਦੇਖੋ ਇਹਨਾਂ ਦੋਵਾਂ ਦੀ ਗੁਣਾ ਆ 12 ਵਾ ਤੇ ਆ 2 ਆ। 12 ਨੂੰ 2 ਨਾਲ ਗੁਣਾ ਕਰੀਏ ਜੇ ਸਾਡੇ ਕੋਲ 24 ਬਣ ਜਾਂਦਾ। ਸੋ ਇਹ 12 ਨੂੰ 2 ਨਾਲ ਗੁਣਾ ਕੀਤਾ 24 ਬਣ ਗਿਆ। ਉਸ ਤੋਂ ਬਾਅਦ ਜੇ ਇੱਥੋਂ ਆਪਾਂ ਆਈਏ ਤਾਂ ਇੱਥੇ ਸਾਡੇ ਕੋਲ 2 ਆ ਤੇ ਇੱਥੇ ਸਾਡੇ ਕੋਲ ਅਸੀਂ ਪਤਾ ਕਰਨਾ ਵਾ। ਇਹਦਾ ਮਤਲਬ ਅਸੀਂ ਇੱਥੇ ਕੀ ਲਿਖੀਏ ਕਿ ਇਹਨੂੰ ਇਹਦੇ ਨਾਲ ਗੁਣਾ ਕਰਕੇ ਸਾਡੇ ਕੋਲ 12 ਬਣ ਜਾਵੇ। ਇਹਦਾ ਮਤਲਬ ਸਾਨੂੰ ਇੱਥੇ 6 ਲਿਖਣਾ ਪੈਣਾ ਵਾ। 6 ਨੂੰ 2 ਨਾਲ ਗੁਣਾ ਕੀਤਾ 12 ਬਣ ਗਿਆ। ਸੋ ਆਹ ਫਿਲਿੰਗ ਦਾ ਬਲੈਂਕਸ ਅਸੀਂ ਭਰਤੀ, ਇਹਦਾ ਮਤਲਬ ਇੱਥੇ ਸਾਡੇ ਕੋਲ 6 ਆਏਗਾ। ਬਟ ਤੁਸੀਂ ਇਸ ਤਰੀਕੇ ਨਾਲ ਲਿਖ ਸਕਦੇ ਆ। ਉਸ ਤੋਂ ਬਾਅਦ ਨੈਕਸਟ ਦੇਖੋ, ਇੱਥੋਂ ਤੁਹਾਡੇ ਕੋਲ ਆਹ ਖਾਲੀ ਜਗ੍ਹਾ ਵਾ। ਨੈਕਸਟ ਇੱਥੇ ਜਿਹੜਾ ਵਾ ਇਹ ਤੁਹਾਡੇ ਕੋਲ 3 ਲਿਖਿਆ ਹੋਇਆ ਵਾ। ਇਹਦਾ ਮਤਲਬ ਇਹਨੂੰ ਅਸੀਂ ਇਹਨਾਂ ਗੁਣਾ ਕਰਕੇ 6 ਬਣਨਾ ਚਾਹੀਦਾ, ਮਤਲਬ ਇੱਥੇ ਕਿੰਨਾ ਆਏਗਾ 2 ਆਏਗਾ। ਸੋ ਅਸੀਂ ਇਹ ਵੀ ਫਿਲਿੰਗ ਦਾ ਬਲੈਂਕਸ ਭਰਤੀ। ਸੋ ਸਾਡਾ ਇਹਦਾ ਵੀ 1 ਨੰਬਰ ਜਿਹੜਾ ਵਾ ਉਹ ਪੱਕਾ ਹੋ ਜਾਏਗਾ। ਸੋ ਅਸੀਂ ਇੰਨੀ ਕੁ ਐਕਸਪਲੇਨੇਸ਼ਨ ਇੱਥੇ ਦੇਣੀ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈ ਚੌਥਾ ਹੱਲ। ਹੁਣ ਚੌਥਾ ਹੱਲ ਕਹਿੰਦੇ ਕਿ ਜਿਹੜੀ ਆ ਇੱਕ ਬਹੁਪਦ ਵਾ ax plus b, ਐਕਸਪਲੇਨੇਸ਼ਨ ਮੈਂ ਇੱਥੇ ਕਰ ਦਿੰਦਾ ax plus b। ਦੇਖੋ ਬਹੁਪਦ ਦਾ ਸਿਫਰ ਉਹ ਹੁੰਦਾ ਵਾ ਜਦੋਂ ਅਸੀਂ x ਦੀ ਜਗ੍ਹਾ ਤੇ ਆਹ ਵਾਲਾ ਮੁੱਲ ਭਰ ਦਈਏ। ਸਾਨੂੰ ਉਹਨਾਂ ਨੇ ਕਿਹਾ ਕਿ ਦੱਸੋ ਇਹ ਸਿਫਰ ਹੈਗਾ ਸਹੀ ਆ ਜਾਂ ਗਲਤ ਵਾ। ਸੋ ਅਸੀਂ x ਦੀ ਜਗ੍ਹਾ ਤੇ ਜਿਹੜਾ x ਵਾ ਨਾ ਇਹਦੀ ਜਗ੍ਹਾ ਤੇ ਆਪ ਭਰ ਦਾਂਗੇ -b/a। x ਨੂੰ ਗਾਇਬ ਕਰਕੇ b - a ਭਰ ਕੇ ਬਾਕੀ ਸਾਰਾ ਕੁਝ ਉਦਾਂ ਹੀ ਰਹਿਣ ਦਊਂਗਾ ਮੈਂ। ਜੇ ਤਾਂ ਇਹਦਾ ਮੁੱਲ 0 ਆ ਗਿਆ, ਦੇਖੋ ਆ a ਨਾਲ a ਕੱਟਿਆ ਜਾਣਾ, ਸਾਡੇ ਕੋਲ ਬਚਣਾ -b + b ਤੇ ਸਾਡੇ ਕੋਲ ਆਨਸਰ ਕਿੰਨਾ ਆ ਗਿਆ 0 ਆ ਗਿਆ, ਕਿਉਂਕਿ b ਨਾਲ b ਵੀ ਕੈਂਸਲ ਹੋ ਕੇ 0 ਆ ਜਾਣਾ। ਦੇਖੋ ਜੇ ਤਾਂ 0 ਆ ਗਿਆ ਇਹਦਾ ਮਤਲਬ ਪੱਕੀ ਗੱਲ ਆ ਜਿਹੜਾ ਆਹ ਆਨਸਰ ਵਾ ਇਹ ਸਿਫਰ ਵਾ। ਸੋ ਇਹਦਾ ਮਤਲਬ ਇਹ ਜਿਹੜੀ ਗੱਲ ਇਹਨਾਂ ਨੇ ਕਹੀ ਆ ਇਹ ਸਹੀ ਹੈ। ਸੋ ਸਾਡਾ ਹੱਲ ਕੀ ਆ ਜਾਏਗਾ, ਸਹੀ ਆ ਜਾਏਗਾ ਇੱਥੇ। ਦੂਜਾ ਤਰੀਕਾ ਤੁਸੀਂ ਦੇਖ ਸਕਦੇ ਆ ਕਿ ਦੂਜਾ ਤਰੀਕਾ ਅਸੀਂ ਕਿੱਦਾਂ ਕਰ ਸਕਦੇ ਆ। ਜੇ ਅਸੀਂ ਕਿਸੇ ਦਾ ਸਿਫਰ ਲੱਭਣਾ, ਮੰਨ ਲਓ ਅਸੀਂ ਕਿਸੇ ਬਹੁਪਦ ਦਾ ਸਿਫਰ ਲੱਭਣਾ ਵਾ ਤਾਂ ਅਸੀਂ ਇਹਨੂੰ ਬਰਾਬਰ 0 ਮੰਨ ਕੇ ਇੱਚੋਂ ਮੁੱਲ ਕੱਢ ਲਾਂਗੇ। ਦੇਖੋ ਇਹਦਾ ਪਹਿਲਾਂ ਇਹ ਉਧਰਲੇ ਬੰਨੇ ਜਾਊਗਾ ਸੱਜੇ ਬੰਨੇ ਤੇ b ਦੇ ਮੋਰੇ ਪਲੱਸ ਦਾ ਸਾਈਨ ਆ, ਇਹ ਉਧਰਲੇ ਬੰਨੇ ਜਾ ਕੇ ਮਾਈਨਸ ਦਾ ਸਾਈਨ ਹੋ ਜਾਏਗਾ ਤੇ ਇੱਧਰ ਸਾਡੇ ਕੋਲ ਕਿੰਨਾ ਬਚ ਜਾਏਗਾ, ਕੱਲਾ ax ਬਚ ਜਾਏਗਾ। ਜੇ ਸਾਡੇ ਕੋਲ ax ਬਚ ਗਿਆ, ਸਾਡੇ ਕੋਲ x ਦਾ ਮੁੱਲ ਹੁਣ ਆ a ਜਿਹੜਾ ਵਾ ਇਹ ਇੱਧਰਲੇ ਬੰਨੇ ਆ ਕੇ ਤਕਸੀਮ ਹੋ ਜਾਏਗਾ b/a ਆ ਜਾਏਗਾ। ਜੇ ਸਾਡਾ ਆਹ ਵਾਲਾ ਮੁੱਲ ਇਹਨਾਂ ਨੇ ਆਹੀ ਵਾਲਾ ਲਿਖਿਆ ਹੋਇਆ ਵਾ ਤਾਂ ਬਿਲਕੁਲ ਇਹ ਸਹੀ ਆ, ਕਿਉਂਕਿ ਇਹ ਸਿਫਰ ਕੱਢਣ ਦਾ ਤਰੀਕਾ ਹੁੰਦਾ ਵਾ। ਸੋ ਆਈ ਥਿੰਕ ਸਮਝ ਲੱਗ ਗਿਆ ਹੋਵੇਗਾ। ਸੋ ਮੈਂ ਅੱਗੇ ਚੱਲਦਾ ਵਾਂ। ਸੋ ਇਹ ਸਾਡੇ ਕੋਲ ਸੀਗਾ 1 ਨੰਬਰ ਦਾ, ਅਸੀਂ ਸਿੰਪਲ ਲਿਖ ਦੇਣਾ ਕਿ ਸਾਡਾ ਜਿਹੜਾ ਜਵਾਬ ਆ ਉਹ ਸਹੀ ਹੈ। ਠੀਕ ਹੈ, ਜਾਂ ਤੁਸੀਂ ਟਿਕ ਲਗਾ ਸਕਦੇ ਜੇ ਸਾਰੀ ਦੀ ਸਾਰੀ ਸਟੇਟਮੈਂਟ ਲਿਖੋਗੇ, ਬਟ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਬਿਲਕੁਲ ਇਦਾਂ ਹੀ ਲਿਖੋ ਕਿ ਥਰਡ ਹੱਲ ਸਹੀ, ਮਤਲਬ ਥਰਡ ਹੱਲ ਜਿੱਦਾਂ ਵੀ ਹੈਗਾ, ਫੋਰਥ ਹੱਲ ਸਹੀ, ਜੋ ਵੀ ਤੁਹਾਡਾ ਆਨਸਰ ਆਉਂਦਾ ਹੋਵੇ। ਹੁਣ ਸਾਡੇ ਕੋਲ ਹੈ ਪੰਜਵਾਂ ਹੱਲ। ਦੇਖੋ ਸਾਡੇ ਕੋਲ ਸਕੀਮ ਕੀ ਹੁੰਦੀ ਆ ਕਿ ਜਿਹੜੀ ਸਾਡੇ ਕੋਲ ਆ ਹੁੰਦੀ ਆ, ਸਾਡੇ ਕੋਲ ਇੱਥੇ ਜਿਹੜੀ ਬਹੁਪਦ ਵਾ ਉਹ ਆ ਦਿੱਤੀ ਹੋਈ ਆ। ਬਹੁਪਦ ਜਿਹੜੀ ਆ ਉਹ ਸਾਡੇ ਕੋਲ ਹੈ x² + 2x + 5। ਤੁਹਾਨੂੰ ਉਹਨਾਂ ਨੇ ਅਲਫਾ ਜਮਾ ਬੀਟਾ ਪੁੱਛਿਆ ਤੇ ਅਲਫਾ ਬੀਟਾ ਇਹਦੇ ਸਿਫਰ ਵਾ। ਅਲਫਾ ਜਮਾ ਬੀਟਾ ਦਾ ਮਤਲਬ ਹੁੰਦਾ ਵਾ ਸਿਫਰਾਂ ਦਾ ਜੋੜ, ਸਿਫਰਾਂ ਦਾ ਜੋੜ। ਤੇ ਸਿਫਰਾਂ ਦੇ ਜੋੜ ਦਾ ਇੱਕ ਫਾਰਮੂਲਾ ਹੁੰਦਾ ਵਾ, ਜੇ ਤੁਹਾਨੂੰ ਦੱਸਾਂ ਉਹ ਹੁੰਦਾ ਵਾ -b/a। -b/a ਇਹ ਫਾਰਮੂਲਾ ਵਾ, ਜੇ ਤੁਸੀਂ ਯਾਦ ਕਰ ਲਓ। ਸੋ ਦੇਖੋ ਹੁਣ
ਇਹ b ਤੇ a ਕੀ ਹੁੰਦਾ ਵਾ, ਸਾਡੀ ਜਿਹੜੀ ਇਕੁਏਸ਼ਨ ਹੁੰਦੀ ਆ ਉਹ ਹੁੰਦੀ ਆ ax ਸਕੁਅਰ ਪਲੱਸ bx ਤੇ ਪਲੱਸ c। ਇਹਦਾ ਮਤਲਬ ਸਾਡੇ ਕੋਲ a ਕਿੰਨਾ ਵਾ ਇੱਥੇ, ਦੈਟ ਇਜ਼ ਇਕੁਅਲ ਟੂ 1 ਵਾ, ਤੇ b ਕਿੰਨਾ ਵਾ ਸਾਡੇ ਕੋਲ, ਦੈਟ ਇਜ਼ ਇਕੁਅਲ ਟੂ 2 ਆ, ਤੇ c ਕਿੰਨਾ ਸਾਡੇ ਕੋਲ 5, ਤੇ ਸਾਡਾ ਸਿਫਰਾਂ ਦਾ ਜੋੜ ਕਿੰਨਾ ਆਊਗਾ ਮਾਈਨਸ b। b ਕਿੰਨਾ ਸਾਡੇ ਕੋਲ ਇੱਥੇ 2 ਆ, ਤੇ a ਕਿੰਨਾ ਸਾਡੇ ਕੋਲ 1, ਸੋ ਸਾਡਾ ਮੁੱਲ ਜਿਹੜਾ ਆਊਗਾ ਉਹ ਆਊਗਾ -2। ਠੀਕ ਹੈ। ਸੋ ਜੇ ਤੁਸੀਂ ਇਸ ਤਰੀਕੇ ਨਾਲ ਇਹਦਾ ਪੈਟਰਨ ਕਰ ਸਕਦੇ ਆ ਤਾਂ ਤੁਹਾਡੇ ਕੋਲ ਸਿੰਪਲ ਤਰੀਕੇ ਨਾਲ ਤੁਸੀਂ ਕਹੋਗੇ ਕਿ ਸਾਡੇ ਕੋਲ ਸਿੰਪਲ ਇੰਨੀ ਕੁ ਐਕਸਪਲੇਨੇਸ਼ਨ ਤੁਸੀਂ ਦੇ ਸਕਦੇ ਆ, ਕਿਉਂਕਿ ਜਾਂ ਤਾਂ ਤੁਸੀਂ ਇਹ ਸਾਰਾ ਰਫ ਵਰਕ ਦੇ ਵਿੱਚ ਕਰ ਲਓ। ਸਾਡੇ ਕੋਲ ਇੱਥੇ a ਕਿੰਨਾ ਵਾ ਜੋ ਇਹਦੇ ਮੋਹਰੇ ਹੁੰਦਾ ਵਾ, ਦੈਟ ਇਜ਼ ਇਕੁਅਲ ਟੂ 1। ਸਾਡੇ ਕੋਲ ਇੱਥੇ b ਕਿੰਨਾ ਵਾ, ਦੈਟ ਇਜ਼ ਇਕੁਅਲ ਟੂ x ਦੇ ਮੋਹਰੇ ਜਿਹੜਾ ਹੁੰਦਾ ਵਾ ਉਹ 2, ਤੇ c ਕਿੰਨਾ ਵਾ ਜਿਹੜਾ ਲਾਸਟ ਤੇ ਜਿਹਦੇ ਵਿੱਚ ਕੋਈ x ਨਹੀਂ ਉਹ 5 ਹੁੰਦਾ ਵਾ, ਤੇ ਸਾਡਾ ਅਲਫਾ ਜਮਾ ਬੀਟਾ ਜਿਹੜਾ ਵਾ ਉਹ -b ਬਟਾ a ਹੁੰਦਾ। ਸੋਲਵ ਕੀਤਾ -2 ਆ ਗਿਆ। ਇਹਦਾ ਮਤਲਬ ਸਾਡਾ ਕਿਹੜਾ ਆਨਸਰ ਸਹੀ ਹੋਏਗਾ, -2 ਸਾਡਾ ਸਹੀ ਜਵਾਬ ਆ। ਅਸੀਂ ਲਿਖਾਂਗੇ c ਜਿਹੜਾ ਵਾ ਸਾਡਾ ਸਹੀ ਜਵਾਬ ਹੈ, ਮਤਲਬ ਅਸੀਂ ਕਹਾਂਗੇ ਕਿ c ਇਜ਼ ਕਰੈਕਟ ਆਨਸਰ। ਇੰਗਲਿਸ਼ ਦੇ ਵਿੱਚ ਅਸੀਂ ਲਿਖਦੇ ਹਾਂ, ਪੰਜਾਬੀ ਦੇ ਵਿੱਚ ਅਸੀਂ ਲਿਖ ਸਕਦੇ ਹਾਂ c ਸਹੀ ਜਵਾਬ ਹੈ। ਸੋ ਇਹ ਸਾਡਾ ਪੰਜਵਾਂ ਪ੍ਰਸ਼ਨ ਜਿਹੜਾ ਹੈ ਹੋ ਜਾਂਦਾ ਇਸ ਤਰੀਕੇ ਦੇ ਨਾਲ। ਠੀਕ ਹੈ। ਸੋ ਇਹ ਤੁਸੀਂ ਇਹਨੂੰ ਇਸ ਤਰੀਕੇ ਨਾਲ ਕੰਪੇਅਰ ਕਰ ਸਕਦੇ ਆ ਕਿ ਇਹ ਤੁਹਾਡਾ ਆਈਡੀ ਨਾਲ ax ਸਕੁਅਰ ਪਲੱਸ bx ਪਲੱਸ c ਹੈ, a b c ਤੁਹਾਨੂੰ ਇੱਥੋਂ ਮਿਲ ਜੇ। ਉਸ ਤੋਂ ਬਾਅਦ ਦੇਖੋ ਸਾਡੇ ਕੋਲ 6ਵਾਂ ਸਮ ਆ। ਸੋ 6ਵਾਂ ਸਮ ਮੈਂ ਇੱਥੇ ਹੱਲ ਕਰ ਦਿੰਦਾ। 6ਵਾਂ ਹੱਲ, ਸੋ 6ਵੇਂ ਸਮ ਦੇ ਵਿੱਚ ਸਾਡੇ ਕੋਲ ਉਹਨਾਂ ਨੇ ਕਿਹਾ ਕਿ p ਦਾ ਮੁੱਲ ਪਤਾ ਕਰਨਾ ਜੇ ਸਮੀਕਰਨਾਂ ਦੇ ਹੱਲ ਜਿਹੜੇ ਆ। ਦੇਖੋ ਅਸੀਂ ਇਹਨਾਂ ਨੂੰ ਇਦਾਂ ਕਰਦੇ ਹੁੰਦੇ ਸੀਗੇ ਕਿ ਇਹ a1x ਵਾ, ਇਹ b1y ਆ, ਇਹ c1 ਬਰਾਬਰ 0, ਇਹ ਸਾਡੇ ਕੋਲ a2x ਆ, ਇਹ b2y ਆ, ਇਹ c2 ਬਰਾਬਰ 0 ਆ, ਤੇ ਸਾਡੇ ਕੋਲ ਇੱਕ ਵਿਲੱਖਣ ਹੱਲ ਵਾ। ਵਿਲੱਖਣ ਹੱਲ ਦੀ ਜਿਹੜੀ ਕੰਡੀਸ਼ਨ ਹੁੰਦੀ ਆ ਉਹ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ। ਤੁਸੀਂ ਇਹਨੂੰ ਰਫ ਵਰਕ 'ਚ ਵੀ ਲਿਖ ਸਕਦੇ ਆ। ਇੱਕ ਵਿਲੱਖਣ ਹੱਲ ਦੀ ਸਥਿਤੀ ਹੈ, ਉਹਦਾ ਇੱਕ ਫਾਰਮੂਲਾ ਵਾ, ਉਹ ਹੈ a1 ਬਾਈ a2 ਨੋਟ ਇਕੁਅਲ ਟੂ b1 ਬਾਈ b2। ਇਹ ਸਾਡੀ ਵਿਲੱਖਣ ਹੱਲ ਦੀ ਸਥਿਤੀ ਆ। ਦੇਖੋ ਆ ਮੇਰਾ a1 ਆ, ਸੋ ਇੱਥੇ ਮੇਰਾ x ਦੇ ਮੂਹਰੇ ਕਿੰਨਾ ਵਾ 4, ਇਹਦਾ ਮਤਲਬ ਮੇਰਾ a1 ਕਿੰਨਾ ਆ ਜਾਏਗਾ, ਇੱਥੇ 4 ਆ ਜਾਏਗਾ। ਉਸ ਤੋਂ ਬਾਅਦ ਮੇਰਾ ਜਿਹੜਾ a2 ਆ ਮੇਰਾ a2 ਆ ਦੂਜੀ ਇਕੁਏਸ਼ਨ 'ਚ, ਆ ਮੇਰਾ 2 ਆ ਜਾਏਗਾ। ਸੋ ਇਹ ਇੱਥੇ ਆ ਜਾਏਗਾ 4/2 ਆ ਜਾਏਗਾ, ਤੇ ਨੋਟ ਇਕੁਅਲ ਟੂ ਫਾਰਮੂਲੇ ਵਾਲਾ ਹੀ ਆ ਜਾਏਗਾ। ਉਸ ਤੋਂ ਬਾਅਦ ਆ ਮੇਰਾ b1 ਆ, ਤੇ b1 ਮੇਰਾ p ਆ ਜਾਏਗਾ। y ਨੂੰ ਛੱਡ ਕੇ ਲਿਖਣਾ ਮੈਂ, ਸੋ y ਨੂੰ ਛੱਡ ਕੇ ਮੈਂ p ਲਿਖ ਦੂੰਗਾ ਇੱਥੇ। ਓਵਰ ਮੇਰੇ ਕੋਲ ਕਿੰਨਾ ਆ ਜਾਏਗਾ, ਦੂਜੀ ਇਕੁਏਸ਼ਨ ਦੇ ਵਿੱਚ ਜਿਹੜਾ y ਦੇ ਮੂਹਰੇ ਆ ਉਹ 2 ਆ ਮੇਰੇ ਕੋਲ, ਸੋ ਮੇਰੇ ਕੋਲ ਇਹ 2 ਆ ਜਾਏਗਾ। ਸੋ ਜਦੋਂ ਮੈਂ ਇਹਨੂੰ ਸੋਲਵ ਕਰੂੰਗਾ ਤਾਂ ਦੇਖੋ ਅਸੀਂ ਇੱਥੋਂ ਕ੍ਰੋਸ ਕਰਦੇ ਹਾਂ, ਮਤਲਬ ਜਾਂ ਤਾਂ ਪਹਿਲਾਂ ਇਹਨੂੰ ਕੈਂਸਲ ਕਰ ਦਈਏ, 2 1 ਜਾਂ 2 2 2 ਜਾਂ 4, ਸਾਡੇ ਕੋਲ ਕਿੰਨਾ ਆ ਗਿਆ 2 ਨੋਟ ਇਕੁਅਲ ਟੂ p/2। ਹੁਣ ਜਿਹੜਾ ਆ p ਆ ਸਾਡਾ ਇਦਾਂ ਕ੍ਰੋਸ ਹੋ ਜਾਏਗਾ। ਸੋ ਇਦਾਂ ਕ੍ਰੋਸ ਹੋ ਕੇ 2 2 ਜਾਂ ਕਿੰਨਾ ਆ ਜਾਏਗਾ, 2 ਨੂੰ 2 ਨਾਲ ਕੀਤਾ 4 ਆ ਗਿਆ, 4 ਨੋਟ ਇਕੁਅਲ ਟੂ p ਆ ਗਿਆ। ਸੋ ਸਾਡਾ ਜਿਹੜਾ p ਦਾ ਮੁੱਲ ਆਏਗਾ ਉਹ ਕਿਹੜਾ ਆ ਜਾਏਗਾ, p ਨੋਟ ਇਕੁਅਲ ਟੂ 4। ਸੋ ਇਸ ਸਵਾਲ ਦੀ ਤੁਸੀਂ ਐਕਸਪਲੇਨੇਸ਼ਨ ਦੇ ਸਕਦੇ ਆ। ਸੋ ਤੁਸੀਂ ਦੇਖੋਗੇ ਈਜ਼ੀਲੀ ਤੁਹਾਡਾ ਜਿਹੜਾ ਆਨਸਰ ਆ ਉਹ ਕਿੰਨਾ ਆ ਗਿਆ ਇੱਥੇ, p ਨੋਟ ਇਕੁਅਲ ਟੂ 4। ਸੋ ਸਾਡਾ b ਜਿਹੜਾ ਉਹ ਸਹੀ ਜਵਾਬ ਆ ਜਾਏਗਾ। ਸੋ ਇੱਥੇ ਆ ਜਾਏਗਾ b ਸਹੀ ਜਵਾਬ ਹੈ। ਸੋ ਇਹ ਸਾਡੇ ਪਹਿਲੇ 6 ਪ੍ਰਸ਼ਨ ਹੋ ਗਏ। ਇੰਨੀ ਕੁ ਐਕਸਪਲੇਨੇਸ਼ਨ ਨਾਲ ਤੁਹਾਨੂੰ 6 ਨੰਬਰ ਜਿਹੜੇ ਆ ਉਹ ਮਿਲ ਜਾਣਗੇ। ਉਸ ਤੋਂ ਬਾਅਦ 7ਵਾਂ ਸਮ ਆ ਸਾਡੇ ਕੋਲ, ਮੈਂ ਇੱਥੇ 7ਵਾਂ ਹੱਲ ਕਰ ਦਿੰਦਾ। ਜਿਹੜਾ 7ਵਾਂ ਸਮ ਆ ਸਾਡੇ ਕੋਲ 7th ਸਮ ਦਾ 7th ਹੱਲ। ਦੇਖੋ ਇੱਕ ਫਾਰਮੂਲਾ ਹੁੰਦਾ, ਕੋਈ ਵੀ ਘਟਨਾ ਸੰਭਾਵਨਾ ਚੈਪਟਰ ਅਸੀਂ 9ਵੀਂ ਜਮਾਤ 'ਚ ਪੜ੍ਹਿਆ ਹੋਇਆ ਵਾ। ਸੰਭਾਵਨਾ ਕਿਸੇ ਘਟਨਾ ਦੀ ਹੁੰਦੀ ਆ। ਮੰਨ ਲਓ ਅਸੀਂ ਕੋਈ ਰੁਪਈਆ ਸਿੱਟਿਆ ਵਾ ਤਾਂ ਨੂੰ, ਉਹਦੇ ਵਿੱਚ ਸਾਡੇ ਕੋਲ ਹੈਡ ਆਊਗਾ ਜਾਂ ਟੇਲ ਆਊਗਾ, ਚਿੱਤ ਆਊਗਾ ਜਾਂ ਪੱਟ ਆਊਗਾ, ਇਦਾਂ ਦੀਆਂ ਸਾਡੇ ਕੋਲ ਸਿਚੁਏਸ਼ਨਸ ਹੁੰਦੀਆਂ ਵਾ। ਬਟ ਤੁਹਾਡੇ ਕੋਲ ਜਿਹੜਾ 10th ਜਮਾਤ ਦੇ ਵਿੱਚ ਇੱਕ ਫਾਰਮੂਲਾ ਵਾ, ਅਸੀਂ ਲਿਖਾਂਗੇ ਕਿ ਅਸੀਂ ਜਾਣਦੇ ਹਾਂ, ਅਸੀਂ ਇੱਕ ਫਾਰਮੂਲਾ ਜਾਣਦੇ ਹਾਂ ਕਿ ਕਿਸੇ ਵੀ ਘਟਨਾ, ਮੰਨ ਲਓ ਇੱਕ ਈ ਘਟਨਾ ਵਾ ਤੇ ਪਲੱਸ ਘਟਨਾ ਈ ਨਹੀਂ, ਮਤਲਬ ਈ ਨਹੀਂ। ਸੋ ਕੋਈ ਵੀ ਘਟਨਾ ਵਾ ਜੇ ਉਹਦੀ ਈ ਹੋਵੇ ਪਲੱਸ ਉਹਦੀ ਨਹੀਂ ਹੋਵੇ ਤਾਂ ਉਹਦਾ ਆਨਸਰ ਹਮੇਸ਼ਾ 1 ਹੁੰਦਾ। ਸੋ ਇਹ ਸਾਡਾ ਫਾਰਮੂਲਾ ਹੁੰਦਾ ਵਾ, ਇਹ ਤੁਸੀਂ ਫਾਰਮੂਲਾ ਯਾਦ ਕਰ ਲੈਣਾ। ਹੁਣ ਦੇਖੋ ਇਹਦਾ ਮੁੱਲ ਸਾਨੂੰ ਦਿੱਤਾ ਹੋਇਆ, ਕਿੰਨਾ ਦਿੱਤਾ ਹੋਇਆ ਵਾ 0.05।
प्लस ਸਾਨੂੰ ਉਹਨੇ ਕਿਹਾ कि PE नहीं ਦੀ ਸੰਭਾਵਨਾ ਕੀ ਹੋਵੇਗੀ, ਇਹ ਅਸੀਂ ਕੱਢਣੀ ਹੈ। ਸੋ ਅਸੀਂ ਇਹ ਇਦਾਂ ਹੀ ਲਿਖ ਦਾਂਗੇ कि E नहीं। ਸੋ ਜਦੋਂ ਇਹਨੂੰ ਅਸੀਂ ਸੋਲਵ ਕਰਾਂਗੇ ਸਾਡੇ ਕੋਲ 1 ਆ ਜਾਏਗਾ। ਸੋ मैं ਆਹ ਵਾਲਾ ਜਿਹੜਾ ਵਾ ਇਹ ਖੱਬੇ ਬੰਨੇ ਹੀ ਰੱਖੂੰਗਾ ਇਦਾਂ ਹੀ। ਸੋ मैं कहूँगा PE नहीं। सो E नहीं मेरे को आ जाएगा एक। आ ਜਿਹੜਾ ਮੇਰਾ ਵਾ ਇਹ ਰਾਈਟ ਸਾਈਡ ਵੱਲ ਆ ਜਾਏਗਾ ਇਧਰਲੇ ਬੰਨੇ, ਤਾਂ ਇਹ ਜਿਹੜਾ ਇਹਦੇ ਮੋਰੇ ਪਲੱਸ ਦਾ ਸਾਈਨ ਆ ਇਧਰਲੇ ਬੰਨੇ ਆ ਕੇ ਨੈਗੇਟਿਵ ਆ ਜਾਏਗਾ 0.05, ਕਿਉਂਕਿ ਜਦੋਂ ਵੀ ਕੋਈ ਅਸੀਂ ਬਰਾਬਰ ਦੇ ਉਧਰਲੇ ਬੰਨੇ ਕੋਈ ਚੀਜ਼ ਲੈ ਕੇ ਜਾਂਦੇ ਹਾਂ ਉਹ ਆਪਣਾ ਸਾਈਨ ਚੇਂਜ ਕਰ ਜਾਂਦੀ ਆ। ਹੁਣ ਇੱਕ ਦੇ ਵਿੱਚੋਂ 0.05 ਘਟਾਉਣਾ ਥੋੜਾ ਜਿਹਾ ਔਖਾ ਲੱਗੇਗਾ। ਦੇਖੋ ਜੇ ਕੋਈ ਇੱਕ ਅੱਖਰ ਦੇ ਵਿੱਚ ਕੋਈ ਪੁਆਇੰਟ ਨਹੀਂ ਹੈਗਾ, ਇਹਦੇ ਵਿੱਚ ਪੁਆਇੰਟ ਵਾ, ਤਰੀਕਾ ਤੁਸੀਂ ਦੇਖੋ ਜਿਹੜੇ ਅੱਖਰ ਦੇ ਵਿੱਚ ਪੁਆਇੰਟ ਵਾ ਕਿੰਨੇ ਪੁਆਇੰਟ ਤੋਂ ਬਾਅਦ ਕਿੰਨੇ ਅੱਖਰ ਆ, 2 ਆ। ਇਹਦੇ ਵਿੱਚ ਵੀ ਤੁਸੀਂ ਆਪਣੇ ਹਿਸਾਬ ਨਾਲ ਇੱਥੇ ਰਫ ਵਰਕ ਦੇ ਵਿੱਚ ਆਪਣੇ ਕੋਲੋਂ 2 ਜ਼ੀਰੋਆਂ ਪੁਆਇੰਟ ਲਾ ਕੇ ਲਾ ਲਓ ਤਾਂ ਕਿ ਪੁਆਇੰਟ ਤੋਂ ਬਾਅਦ ਸੇਮ ਅੱਖਰ ਹੋ ਜਾਣ। ਸੋ ਤੁਸੀਂ ਇਹਨੂੰ ਬਿਲਕੁਲ ਬਰਾਬਰ ਥੱਲੇ ਲਿਖ ਕੇ ਤਾਂ ਇਹਨੂੰ ਜਿਹੜਾ ਘਟਾ ਸਕਦੇ ਆ। ਸੋ ਇੱਥੇ ਤੁਹਾਡੇ ਕੋਲ 10 ਆ ਜਾਏਗਾ ਕਿਉਂਕਿ ਇਹਨੇ ਇਹਨੂੰ ਹਾਸਲ ਦਿੱਤਾ, ਇੱਧਰ ਆ ਗਿਆ। ਸੋ ਇੱਥੇ 9 ਆ ਜਾਏਗਾ ਤੇ ਇੱਥੇ 0 ਆ ਜਾਏਗਾ। 10 ਚੋਂ ਸਾਡੇ ਕੋਲ 10 ਚੋਂ 5 ਕੱਟੇ 5 ਆ ਜਾਣਗੇ, 9 ਚੋਂ 0 ਕੱਟੇ 9 ਆ ਜਾਣਗੇ, ਇੱਥੇ 0 ਚੋਂ 0 ਕੱਟੇ 0.95 ਤੁਹਾਡਾ ਜਿਹੜਾ ਵਾ ਉਹ ਆਨਸਰ ਆ ਜਾਏਗਾ। ਸੋ ਇਹ ਸਾਡੀ ਸੰਭਾਵਨਾ ਜਿਹੜੀ ਆ ਉਹ ਆ ਜਾਏਗੀ। ਸੋ ਇਹ ਸਾਡਾ ਸੀਗਾ ਇਹਦਾ ਹੱਲ। ਸੋ ਜਿਹੜਾ ਅਗਲਾ ਪਾਰਟ ਵਾ ਸਾਡੇ ਕੋਲ ਉਹ ਬਿਲਕੁਲ ਈਜ਼ੀ ਆ। ਸੋ ਜਿਹੜਾ 8th ਪਾਰਟ ਵਾ ਸਾਡੇ ਕੋਲ, ਸੋ 8th ਸਮ ਸਾਡੇ ਕੋਲ ਹੈ, ਕਹਿੰਦੇ ਕਿ ਘਟਨਾ E, ਦੇਖੋ ਉਹੀ ਚੀਜ਼ ਆ ਗਈ ਕਿ ਘਟਨਾ E ਪਲੱਸ ਘਟਨਾ E ਨਹੀਂ, ਤੇ ਇਹਦੀ ਸੰਭਾਵਨਾ ਮੈਂ ਹੁਣੇ ਦੱਸ ਕੇ ਡਿਆ ਕਿ ਇਹਦਾ ਮੁੱਲ ਫਾਰਮੂਲਾ ਕੀ ਹੁੰਦਾ ਵਾ, 1 ਹੁੰਦਾ ਵਾ। ਸੋ ਸਾਡਾ ਇੱਥੇ ਆਨਸਰ ਕਿੰਨਾ ਆ ਜਾਏਗਾ, 1 ਆ ਜਾਏਗਾ। ਸੋ ਜੇ ਤੁਸੀਂ ਇਹਨੂੰ ਦੂਜੀ ਤਰੀਕੇ ਨਾਲ ਸਾਰੀ ਫਿਲਿੰਗ ਦਾ ਬਲੈਂਕਸ ਨਹੀਂ ਲਿਖਦੇ ਤਾਂ ਤੁਸੀਂ ਲਿਖ ਸਕਦੇ ਆ ਕਿ 8ਵੇਂ ਦਾ ਹੱਲ ਜਿਹੜਾ ਵਾ ਉਹ ਸਾਡੇ ਕੋਲ ਇੱਥੇ ਕਿੰਨਾ ਆ ਜਾਏਗਾ, 1 ਆ ਜਾਏਗਾ, ਤੇ ਇਹੀ ਸਾਡਾ ਆਨਸਰ ਹੋਏਗਾ। ਸੋ ਇਦਾਂ ਸਾਡਾ ਕਰਨ ਨਾਲ ਸਾਡੇ ਜਿਹੜੇ 8 ਨੰਬਰ ਜਿਹੜੇ ਉਹ ਪੂਰੇ ਹੋ ਜਾਣਗੇ ਪ੍ਰੋਪਰ। ਸੋ ਇਹ ਤੁਹਾਡਾ ਆਈਡੀਆ ਨਾਲ ਇੱਕ ਪੇਜ ਤੇ ਹੋ ਜਾਏਗਾ ਜਦੋਂ ਤੁਸੀਂ ਕਾਪੀ ਤੇ ਕਰੋਗੇ। ਸੋ ਸਾਡਾ ਜਿਹੜਾ ਪੇਪਰ ਜਾਊਗਾ 3 ਜਾਂ 4 ਪੇਜਾਂ ਤੱਕ ਜਾਊਗਾ ਸਾਡੇ ਕੋਲ, ਜਿਹੜੀ ਵੱਡੀ ਕਾਪੀ ਹੁੰਦੀ ਹੈ। ਸੋ ਇਹ ਇਸੇ ਤਰੀਕੇ ਦੇ ਤੁਹਾਨੂੰ ਸਮ ਆਉਣਗੇ, ਤੁਸੀਂ ਇਹਨਾਂ ਨੂੰ ਅਟੈਂਪਟ ਕਰ ਸਕਦੇ ਆ ਇਸ ਤਰੀਕੇ ਨਾਲ ਲਿਖ ਕੇ। ਸੋ ਹੁਣ ਅਸੀਂ ਚੱਲਦੇ ਹਾਂ 2-2 ਨੰਬਰਾਂ ਵਾਲੇ ਸਮ ਤੇ। ਸੋ ਇਹ ਸਾਡੇ ਕੋਲ 2 ਸਮ 2-2 ਨੰਬਰਾਂ ਦੇ ਆ। ਸੋ ਪਹਿਲਾਂ ਮੈਂ 9ਵਾਂ ਹੱਲ ਕਰੂੰਗਾ। ਸੋ ਸਾਡੇ ਕੋਲ 2 ਘਾਤੀ ਬਹੁਪਦ ਵਾ, ਉਹਦਾ ਅਸੀਂ ਸਿਫਰਾਂ ਦਾ ਜੋੜ ਅਤੇ ਗੁਣਨਫਲ ਪਤਾ ਕਰਨਾ। ਸੋ ਦੇਖੋ ਸਾਡੇ ਕੋਲ ਜਿਹੜਾ ਬਹੁਪਦ ਵਾ ਅਸੀਂ ਕਹਾਂਗੇ ਬਹੁਪਦ ਹੈ, ਬਹੁਪਦ ਦਾ ਨਾਮ ਅਸੀਂ px ਨੂੰ ਵੀ ਦੇ ਸਕਦੇ ਹਾਂ। ਅਸੀਂ ਇੰਗਲਿਸ਼ ਦੇ ਵਿੱਚ px ਲਿਖ ਕੇ ਇਹਦਾ ਬਹੁਪਦ ਦਾ ਨਾਮ ਦੇ ਸਕਦੇ ਹਾਂ, x² + 7x + 10। ਹੁਣ ਦੇਖੋ ਸਿਫਰਾਂ ਦਾ ਜੋੜ ਪਤਾ ਕਰਨਾ ਵਾ, ਤੁਸੀਂ ਇੱਥੇ ਤੁਹਾਨੂੰ ਮੈਂ ਦੱਸਿਆ ਸੀ ਕਿ ਤੁਸੀਂ ਇਹਨੂੰ ਕੰਪੇਅਰ ਕਰ ਸਕਦੇ ਆ ax² + bx + c। ਤੁਸੀਂ ਕਹਿ ਸਕਦੇ ਆ ਕਿ ਇੱਥੇ ਸਾਡੇ ਕੋਲ ਜਿਹੜਾ a ਆ ਉਹ ਕਿੰਨਾ ਆ ਚੁੱਕਾ, ਦੇਖੋ x² ਦੇ ਮੋਰੇ ਇੱਥੇ a ਆ, ਇੱਥੇ x² ਦੇ ਮੋਰੇ ਕੁਝ ਵੀ ਨਹੀਂ ਗਾ, ਇਹਦਾ ਮਤਲਬ 1। ਤੇ b ਸਾਡੇ ਕੋਲ ਕਿੰਨਾ ਆ ਜਾਏਗਾ, x ਦੇ ਮੋਰੇ ਕਿੰਨਾ 7। ਸੋ ਇੱਥੇ ਵੀ x ਦੇ ਮੋਰੇ b ਆ, ਇੱਥੇ 7 ਵਾ, ਇੱਥੇ c ਕਿੰਨਾ ਵਾ 10 ਆ ਗਿਆ। ਸੋ ਸਿਫਰਾਂ ਦਾ ਜੋੜ ਬਹੁਤ ਹੀ ਜ਼ਿਆਦਾ ਸੌਖਾ ਵਾ। ਸੋ ਸਿਫਰਾਂ ਦਾ ਜੋੜ ਜਿਹੜਾ ਵਾ ਉਹ ਸਾਡੇ ਕੋਲ ਆਏਗਾ, ਸਿਫਰਾਂ ਦਾ ਜੋੜ ਉਹਦਾ ਫਾਰਮੂਲਾ ਹੁੰਦਾ ਵਾ -b/a। ਸੋ ਸਾਡੇ ਕੋਲ b ਕਿੰਨਾ ਵਾ, ਮਾਈਨਸ ਤਾਂ ਮਾਈਨਸ ਆ ਜਾਏਗਾ, b ਦਾ ਮੁੱਲ 7 ਆ ਜਾਏਗਾ, ਤੇ a ਕਿੰਨਾ ਸਾਡੇ ਕੋਲ 1। ਇਹਦਾ ਮਤਲਬ ਸਾਡੇ ਕੋਲ ਸਿਫਰਾਂ ਦਾ ਜੋੜ ਕਿੰਨਾ ਆ ਗਿਆ, -7। ਉਸ ਤੋਂ ਬਾਅਦ ਸਾਨੂੰ ਗੁਣਨਫਲ ਕਿਹਾ ਵਾ, ਸਿਫਰਾਂ ਦਾ ਗੁਣਨਫਲ ਹੀ ਹੁੰਦਾ ਵਾ ਇਹ। ਸੋ ਸਿਫਰਾਂ ਦਾ ਗੁਣਨਫਲ, ਜਦੋਂ ਸਿਫਰਾਂ ਦਾ ਗੁਣਨਫਲ ਕਰਾਂਗੇ ਉਹ ਹੁੰਦਾ ਵਾ c/a। ਜੇ ਯਾਦ ਕਰ ਲਓ ਤਾਂ ਫਾਰਮੂਲਾ ਹੁੰਦਾ ਵਾ c/a। ਸੋ c ਕਿੰਨਾ ਸਾਡੇ ਕੋਲ 10, ਤੇ a ਸਾਡੇ ਕੋਲ ਫੇਰ 1 ਵਾ। ਸੋ ਇਹ ਸਾਡੇ ਕੋਲ 10 ਜਿਹੜਾ ਵਾ ਇਹ ਆਨਸਰ ਆ ਜਾਏਗਾ ਸਾਡੇ ਕੋਲ। ਸੋ ਬੜੀ ਈਜ਼ੀਲੀ ਅਸੀਂ ਜਿਹੜਾ ਵਾ ਉਹ ਤੁਹਾਨੂੰ ਰਫ ਵਰਕ 'ਚ ਲਿਖਣ ਦੀ ਲੋੜ ਆ, ਕੋਈ ਲੋੜ ਨਹੀਂ ਇਹਨੂੰ ਲਿਖਣ ਦੀ, ਸਿਰਫ ਇੰਨੇ ਕੁ ਸਮ ਨਾਲ ਸਾਡਾ ਜਿਹੜਾ ਆਨਸਰ ਵਾ ਉਹ ਪੂਰਾ ਹੋ ਜਾਣਾ। ਸੋ ਸਾਡੇ 2 ਨੰਬਰ ਪੂਰੇ ਹੋ ਜਾਣਗੇ। ਉਸ ਤੋਂ ਬਾਅਦ ਅਸੀਂ 10th ਸਮ ਕਰਾਂਗੇ। ਸੋ 10th ਸਮ ਸਾਡੇ ਕੋਲ ਜਿਹੜਾ ਹੈ ਉਹ ਅਸੀਂ ਹੱਲ ਕਰਾਂਗੇ ਇੱਥੇ। 10th ਸਮ ਕਹਿੰਦਾ ਇਸ ਬਹੁਪਦ ਨੂੰ ਇਸ ਬਹੁਪਦ ਨਾਲ ਭਾਗ ਕਰਨਾ ਵਾ। ਦੇਖੋ ਭਾਗ ਕਰਨ ਦਾ ਤਰੀਕਾ ਉਹੀ ਹੈ ਕਿ ਅਸੀਂ ਇਹਨੂੰ ਭਾਗ ਕਰਾਂਗੇ ਨਾ, ਜਿੱਦਾਂ ਅਸੀਂ ਭਾਗ ਕਰਦੇ ਹੁੰਦੇ ਹਾਂ। ਸੋ ਅਸੀਂ ਇੱਥੇ ਲਿਖਾਂਗੇ x ਦੀ 3 - 3x² + 5x - 3, ਤੇ ਇਹਦੇ ਨਾਲ ਅਸੀਂ ਭਾਗ ਕਰ ਦਾਂਗੇ x² - 2 ਦੇ ਨਾਲ। ਜਦੋਂ ਅਸੀਂ ਭਾਗ ਕਰਾਂਗੇ, ਦੇਖੋ ਭਾਗ ਕਰਨ ਦਾ ਸਟੈਪ ਕਿੱਦਾਂ ਕਰਦੇ ਹੁੰਦੇ ਆ। ਸਭ ਤੋਂ ਪਹਿਲਾਂ ਅਸੀਂ ਇਹਦਾ ਪਹਿਲਾ ਟਰਮ ਲਵਾਂਗੇ x³ x ਦੀ 3 ਮਤਲਬ, ਫਿਰ ਇਹਦਾ ਪਹਿਲੀ ਟਰਮ ਲਵਾਂਗੇ ਉਹ ਹੁੰਦੀ ਹੈ x²। ਜੇ ਤੁਸੀਂ ਇਹਨਾਂ ਨੂੰ ਕੱਟਣਾ ਜਾਣਦੇ ਆ ਤਾਂ ਇਹਨਾਂ ਨੂੰ ਇਦਾਂ ਕੱਟੀਦਾ। ਦੇਖੋ x 3 ਵਾਰੀ ਦਾ ਮਤਲਬ ਹੁੰਦਾ ਵਾ x ਇਦਾਂ ਕਰਕੇ 3 ਵਾਰੀ ਆ ਗਿਆ, ਨੀਚੇ x 2 ਵਾਰੀ ਆ ਤਾਂ 2 ਵਾਰੀ ਆ ਗਿਆ। ਇਹਦਾ ਮਤਲਬ 2 ਨਾਲ 2x ਕੱਟੇ ਗਏ, ਸਾਡੇ ਕੋਲ ਕੱਲਾ 1x ਬਚ ਗਿਆ। ਇਹਦਾ ਮਤਲਬ ਸਾਡੇ ਕੋਲ ਇੱਥੇ ਜਿਹੜਾ
ਭਾਗ ਫਲ ਹੋਏਗਾ ਉਹ x ਆ ਜਾਏਗਾ। ਮਤਲਬ ਜੋ ਇੱਥੇ ਬਚ ਗਿਆ ਤੁਸੀਂ ਭਾਗ ਫਲ ਦੇ ਵਿੱਚ ਲਿਖ ਸਕਦੇ ਹੋ ਜਾਂ ਤੁਸੀਂ ਇਹਦੇ ਉੱਤੇ ਲਿਖ ਲਓ, ਕਿਉਂਕਿ ਅਸੀਂ ਭਾਗ ਫਲ ਕੱਢਣਾ ਤੇ ਬਾਕੀ ਕੱਢਣਾ। ਸੋ ਪਹਿਲਾ ਜਿਹੜਾ ਸਟੈਪ ਵਾ ਸਾਡਾ, ਅਸੀਂ ਇੰਨਾ ਕੀਤਾ, ਸਾਡੇ ਕੋਲ ਇੱਕ x ਲੱਭ ਗਿਆ ਜਿਹੜਾ ਅਸੀਂ ਇੱਥੇ ਲਿਖਤਾ। ਸੋ ਇਸ x ਨੂੰ ਤੁਸੀਂ ਹਰ ਵਾਰੀ ਇਹਨਾਂ ਗੁਣਾ ਕਰਨਾ, ਇਹਨਾਂ ਗੁਣਾ ਕਰਾਂਗੇ ਤਾਂ ਕਿੰਨਾ ਆਏਗਾ ਸਾਡੇ ਕੋਲ x ਸਕੁਅਰ ਮਾਈਨਸ 2। ਇੰਗਲਿਸ਼ ਵਾਲੀਆਂ ਰਕਮਾਂ ਨੂੰ ਇੰਗਲਿਸ਼ ਵਾਲੀਆਂ ਰਕਮਾਂ ਨਾਲ ਗੁਣਾ ਕਰਨ ਦੇ ਲਈ ਸਾਨੂੰ ਬ੍ਰੈਕਟ ਪਾਉਣੀ ਪੈਂਦੀ ਹੈ। ਸੋ ਆਹ x ਇੱਕ ਵਾਰੀ, ਆਹ x ਦੋ ਵਾਰੀ ਜਦੋਂ ਗੁਣਾ ਹੋਏ x ਤਿੰਨ ਵਾਰੀ ਆ ਜਾਏਗਾ। ਫਿਰ ਉਸ ਤੋਂ ਬਾਅਦ ਜਦੋਂ ਆਹ x ਇਹਦੇ ਨਾਲ ਗੁਣਾ ਹੋਇਆ ਸਾਡੇ ਕੋਲ ਕਿੰਨਾ ਆ ਜਾਏਗਾ ਮਾਈਨਸ 2x। ਸੋ ਸਾਡੇ ਕੋਲ ਇੱਥੇ ਆ ਜਾਏਗਾ x ਦੀ ਪਾਵਰ 3 ਮਾਈਨਸ 2x। ਹੁਣ ਦੇਖੋ ਆਹ x ਦੀ 2 ਆ, ਬਟ ਆਹ ਕੀ ਆ x ਦੀ 1 ਵਾ, x ਦੇ ਉੱਤੇ ਪਾਵਰ ਕੋਈ ਨਹੀਂ ਹੈਗੀ। ਸੋ ਇਹਦਾ ਮਤਲਬ ਸਾਨੂੰ ਇਹ ਇਹਦੇ ਨੀਚੇ ਪਾਉਣਾ ਪਏਗਾ। ਸੋ ਮੈਂ ਇਹ ਲਾਉਂਗਾ, ਇਹ ਧਿਆਨ ਰੱਖਣਾ ਜਿਹੜੀ ਟਰਮ ਜਿਹਦੇ ਵਾਲੀ ਆ ਉਹਦੇ ਨੀਚੇ ਲਗਾਈ ਜਾਊਗੀ। ਸੋ ਉਸ ਤੋਂ ਬਾਅਦ ਦੇਖੋ ਇੱਥੇ ਕੋਈ ਸਾਈਨ ਨਹੀਂ ਤਾਂ ਅਸੀਂ ਇੱਥੇ ਮਾਈਨਸ ਪਾ ਦਾਂਗੇ, ਇੱਥੇ ਮਾਈਨਸ ਬਾਅਦ ਇੱਥੇ ਅਸੀਂ ਪਲੱਸ ਪਾ ਦਾਂਗੇ। ਹੁਣ ਦੇਖੋ ਪਹਿਲਾਂ ਤਾਂ ਹਮੇਸ਼ਾ ਕੱਟਿਆ ਹੀ ਜਾਂਦਾ ਹੁੰਦਾ ਵਾ, ਫਿਰ ਉਸ ਤੋਂ ਬਾਅਦ ਜਿਹੜਾ ਆਹ ਪ੍ਰੋਸੈਸ ਆ ਇਹ ਇਦਾਂ ਹੀ ਨੀਚੇ ਆ ਜਾਏਗਾ, ਮਾਈਨਸ 3x ਸਕੁਅਰ ਆ ਜਾਏਗਾ। ਹੁਣ ਦੇਖੋ ਆ ਵੀ ਪਲੱਸ ਦਾ ਵਾ, ਨਵਾਂ ਸਾਈਨ ਲੈਣਾ ਸੀ, ਆ ਵੀ ਪਲੱਸ ਦਾ ਵਾ, ਦੋਨੇ ਪਲੱਸ ਦੇ ਐਡ ਹੋ ਜਾਣਗੇ, 5 ਤੇ 2 7x। ਜਿਹੜਾ ਸਾਡੇ ਕੋਲ 3 ਬਚ ਗਿਆ ਵਾ ਇਹ ਐਜ਼ ਇਟ ਇਜ਼ ਨੀਚੇ ਆ ਜਾਏਗਾ। ਉਸ ਤੋਂ ਬਾਅਦ ਅਗਲਾ ਸਟੈਪ ਫੇਮ ਅਸੀਂ ਇਸੇ ਤਰੀਕੇ ਨਾਲ ਚਲਾਵਾਂਗੇ। ਕਿੱਦਾਂ ਚਲਾਵਾਂਗੇ ਅਸੀਂ ਕਿ ਪਹਿਲੀ ਰਕਮ ਜਿਹੜੀ ਇੱਥੇ ਹੈਗੀ ਆ ਉਹ ਐਜ਼ ਇਟ ਇਜ਼ ਲਿਖਾਂਗੇ ਇੱਥੇ 3x ਸਕੁਅਰ ਬਟਾ ਜੋ ਇਹਦੀ ਪਹਿਲੀ ਰਕਮ ਆ ਉਹ ਉਹੀ ਚੱਲੇਗੀ x ਸਕੁਅਰ। ਦੇਖੋ ਆ ਵੀ x ਸਕੁਅਰ ਨਾਲ x ਸਕੁਅਰ ਹਟਿਆ ਕਿ ਸਾਡੇ ਕੋਲ ਕੱਲਾ ਮਾਈਨਸ 3 ਬਚ ਗਿਆ, ਇਹ ਸਾਡੇ ਕੋਲ ਇੱਥੇ ਆ ਜਾਏਗਾ। ਸੋ ਜਿਹੜਾ ਇਹ ਮਾਈਨਸ 3 ਆਇਆ ਵਾ ਇਹਨੂੰ ਫਿਰ ਅਸੀਂ ਆ ਸਾਰੇ ਨਾਲ ਗੁਣਾ ਕਰਾਂਗੇ। ਸੋ ਇਹਨਾਂ ਗੁਣਾ ਕੀਤਾ x ਸਕੁਅਰ ਮਾਈਨਸ 3, ਜਦੋਂ ਇਹਨਾਂ ਗੁਣਾ ਕੀਤਾ 3 ਨੂੰ x ਸਕੁਅਰ ਨਾਲ ਕੀਤਾ 3x ਸਕੁਅਰ ਨਾਲ ਮਾਈਨਸ ਆ ਜਾਏਗਾ। ਫਿਰ ਇਹਨੂੰ ਇਹਨਾਂ ਗੁਣਾ ਕੀਤਾ 3 ਤੀਆ 9 ਆ ਜਾਏਗਾ, ਮਾਈਨਸ ਨੂੰ ਮਾਈਨਸ ਨਾਲ ਕੀਤਾ ਪਲੱਸ ਆ ਜਾਏਗਾ। ਸੋ ਸਾਡੇ ਕੋਲ ਇੱਥੇ ਆਨਸਰ ਆ ਜਾਏਗਾ ਮਾਈਨਸ 3x ਸਕੁਅਰ। x ਸਕੁਅਰ ਦੇ ਥੱਲੇ x ਸਕੁਅਰ ਪਾਤਾ ਤੇ 9 ਗਿਣਤੀ ਵਾਲਾ ਅੱਖਰ ਵਾ ਤੇ ਗਿਣਤੀ ਵਾਲੇ ਅੱਖਰ ਦੇ ਥੱਲੇ ਗਿਣਤੀ ਵਾਲਾ ਅੱਖਰ ਅਸੀਂ ਇੱਥੇ ਲਗਾ ਦਾਂਗੇ। ਉਸ ਤੋਂ ਬਾਅਦ ਦੇਖੋ ਇੱਥੇ ਮਾਈਨਸ ਵਾ, ਇੱਥੇ ਅਸੀਂ ਪਲੱਸ ਦਾ ਸਾਈਨ ਪਾ ਕੇ ਇਹਨੂੰ ਕੱਟ ਦਾਂਗੇ, ਆ ਸਾਡੇ ਕੋਲ ਐਜ਼ ਇਟ ਇਜ਼ ਨੀਚੇ ਆ ਜਾਏਗਾ। ਉਸ ਤੋਂ ਬਾਅਦ ਇਹ ਪਲੱਸ ਦਾ, ਇਹਦੇ ਵੀ ਸਾਰਾ ਸਾਈਨ ਚੇਂਜ ਕਰਾਂਗੇ, ਮਾਈਨਸ ਦਾ ਹੋ ਜਾਏਗਾ। ਇਹ ਦੋਨੇ ਮਾਈਨਸ ਦੇ ਹੋ ਗਏ। ਦੇਖੋ ਇਹ ਵੀ ਮਾਈਨਸ ਦਾ, ਇਹ ਵੀ ਮਾਈਨਸ ਦਾ, ਨਵਾਂ ਸਾਈਨ ਲੈਣਾ ਸੀ। ਦੋਨੇ ਮਾਈਨਸ ਦੇ ਮਤਲਬ ਦੋਨੇ ਚੋਰ ਆ, 9 ਚੋਰ ਤੇ 3 ਚੋਰ 12 ਚੋਰ, 12 ਚੋਰ ਮਤਲਬ ਮਾਈਨਸ। ਸੋ ਸਾਡੇ ਕੋਲ ਇੰਨਾ ਆ ਜਾਏਗਾ। ਸੋ ਅਸੀਂ ਇੱਥੇ ਦੇਖਿਆ ਕਿ ਸਾਡੇ ਕੋਲ ਆ ਜਿਹੜੀ ਟਰਮ ਆ, ਦੇਖੋ ਇਹਦੀ ਜਿਹੜੀ ਜੇ ਤੁਹਾਨੂੰ ਰੇਖੀ ਬਹੁਪਦਾਂ ਬਾਰੇ ਪਤਾ ਹੋਵੇ, ਇੱਥੇ x ਦੀ ਸਭ ਤੋਂ ਵੱਡੀ ਜਿਹੜੀ ਘਾਤ ਵਾ ਉਹ 1 ਵਾ ਤੇ ਇੱਥੇ ਸਾਡੇ ਕੋਲ ਘਾਤ ਜਿਹੜੀ ਆ ਉਹ 2 ਆ। ਜੇ ਇੱਥੇ ਘਾਤ ਵੱਡੀ ਆ ਤਾਂ ਡਿਵਾਈਡ ਸਾਡੀ ਖਤਮ ਹੋ ਗਈ ਆ। ਸੋ ਇਹਦਾ ਮਤਲਬ ਸਾਡੇ ਕੋਲ ਜਿਹੜਾ ਉਹਨਾਂ ਨੇ ਪੁੱਛਿਆ ਇੱਕ ਭਾਗਫਲ ਤੇ ਇੱਕ ਬਾਕੀ। ਸੋ ਸਾਡਾ ਭਾਗਫਲ ਕਿੰਨਾ ਆ ਗਿਆ, ਉਹ ਬਰਾਬਰ ਆ ਗਿਆ ਸਾਡੇ ਕੋਲ ਆਹ ਵਾਲਾ x ਮਾਈਨਸ 3। ਸੋ x ਮਾਈਨਸ 3 ਸਾਡਾ ਭਾਗਫਲ ਆ ਗਿਆ। ਤੇ ਜਿਹੜਾ ਬਾਕੀ ਬਚਿਆ ਵਾ ਉਹ ਕਿੰਨਾ ਆ ਗਿਆ ਸਾਡਾ 7x ਮਾਈਨਸ 12 ਸਾਡੇ ਕੋਲ ਬਚ ਗਿਆ। ਸੋ ਇੱਥੇ ਤੱਕ ਸਾਡਾ ਜਿਹੜਾ ਇਹ ਸਮ ਆ ਉਹ ਖਤਮ ਹੋ ਗਿਆ ਤੇ ਸਾਡੇ 2 ਨੰਬਰ ਜਿਹੜੇ ਆ, ਇੱਕ ਅੱਧਾ ਨੰਬਰ ਵੀ ਟੀਚਰ ਨਹੀਂ ਕੱਟੇਗਾ, ਬਿਲਕੁਲ ਪ੍ਰੋਪਰ ਪ੍ਰੈਜੈਂਟੇਸ਼ਨ ਦੇ ਨਾਲ ਅਸੀਂ ਕਰ ਲਿਆ। ਉਸ ਤੋਂ ਬਾਅਦ ਤੀਜਾ ਪਾਰਟ ਸਾਡੇ ਕੋਲ ਆਉਂਦਾ ਵਾ 4-4 ਨੰਬਰਾਂ ਦੇ ਪ੍ਰਸ਼ਨ। ਸੋ ਮੈਂ ਤੁਹਾਨੂੰ ਦੋਨੇ ਕਰਾਉਂਗਾ, ਬਟ ਪੇਪਰ ਦੇ ਵਿੱਚ ਤੁਸੀਂ ਕੋਈ ਇੱਕ ਅਟੈਂਪਟ ਕਰਨਾ, ਠੀਕ ਹੈ। ਸੋ ਮੈਂ ਤੁਹਾਨੂੰ ਦੋਨੇ ਕਰਾਉਂਗਾ। ਸੋ ਪਹਿਲਾਂ ਅਸੀਂ 11ਵੀਂ ਦਾ ਪਹਿਲਾ ਪਾਰਟ ਕਰਾਂਗੇ। ਸੋ 11ਵੀਂ ਦਾ ਆਹ ਵਾਲਾ ਪਾਰਟ ਅਸੀਂ ਕਰਾਂਗੇ ਕ੍ਰਿਕਟ ਟੀਮ ਵਾਲਾ। ਸੋ ਕਹਿੰਦੇ ਕਿ ਇਹਦੀ ਸਥਿਤੀ ਲਿਖਣੀ ਆ ਬੀਜ ਗਣਿਤਿਕ ਤੇ ਜਮਾਇਤੀ ਰੂਪ। ਜਮਾਇਤੀ ਰੂਪ ਦਾ ਮਤਲਬ ਹੁੰਦਾ ਕਿ ਅਸੀਂ ਇਹਨੂੰ ਇਹਦਾ ਗ੍ਰਾਫ ਬਣਾਉਣਾ ਵਾ, ਠੀਕ ਹੈ। ਤੇ ਇਹਦੇ ਵਿੱਚ ਵੀ ਅਸੀਂ ਗ੍ਰਾਫ ਬਣਾਉਣਾ, ਦੋਨਾਂ ਸਵਾਲਾਂ ਦੇ ਵਿੱਚ ਗ੍ਰਾਫ ਆ। ਇੱਕ ਸਵਾਲ ਤੁਸੀਂ ਅਟੈਂਪਟ ਕਰਨਾ, ਮੈਂ ਤੁਹਾਨੂੰ ਦੋਨੇ ਹੀ ਕਰਵਾ ਦੂੰਗਾ। ਵੈਸੇ ਮੈਂ ਕਰਵਾਏ ਵੀ ਹੋਏ ਆ, ਜੇ ਤੁਸੀਂ ਪੁਰਾਣੀਆਂ ਵੀਡੀਓਜ਼ ਮੇਰੀਆਂ ਦੇਖੀਆਂ ਹੋਣਗੇ, ਦੋਨੇ ਸਮ ਮੈਂ ਕਰਵਾਏ ਹੋਏ ਆ, ਬਟ ਫਿਰ ਵੀ ਅਸੀਂ ਅੱਜ ਸਟਾਰਟ ਕਰ ਲੈਂਦੇ ਹਾਂ ਇੱਥੇ। ਸੋ ਕਹਿੰਦਾ ਕਿ ਕ੍ਰਿਕਟ ਟੀਮ ਦੇ ਇੱਕ ਕੋਚ ਕੋ 3900 ਰੁਪਏ ਦੇ ਵਿੱਚ 3 ਬੱਲੇ ਤੇ 6 ਗੇਂਦਾਂ ਖਰੀਦੀਆਂ। ਬਾਅਦ ਵਿੱਚ ਉਹਨੇ ਇੱਕ ਹੋਰ ਬੱਲਾ ਅਤੇ ਉਸੇ ਤਰ੍ਹਾਂ ਦੀਆਂ 3 ਗੇਂਦਾਂ 1300 ਰੁਪਏ ਵਿੱਚ ਖਰੀਦੀਆਂ। ਸੋ ਇਹਦਾ ਮਤਲਬ ਇਹਦੇ ਵਿੱਚ ਬੱਲੇ ਤੇ ਗੇਂਦਾਂ ਦੀ ਗੱਲ ਹੋ ਰਹੀ ਹੈ। ਸੋ ਮੈਂ ਲਿਖੂੰਗਾ ਕਿ ਮੰਨ ਲਵੋ, ਸਾਡੇ ਕੋਲ ਇੱਥੇ ਆਏਗਾ, ਅਸੀਂ ਕਹਾਂਗੇ ਕਿ ਮੰਨ ਲਓ ਇੱਕ ਬੱਲੇ ਦਾ ਮੁੱਲ, ਇੱਕ ਬੱਲੇ ਦਾ ਜਿਹੜਾ ਮੁੱਲ ਵਾ ਉਹ ਸਾਡੇ ਕੋਲ ਕਿੰਨਾ ਵਾ, ਦੈਟ ਇਜ਼ ਇਕੁਅਲ ਟੂ, ਅਸੀਂ ਮੰਨ ਲੈਂਦੇ ਹਾਂ ਰੁਪਈਏ x ਰੁਪਏ ਦਾ ਇੱਕ ਬੱਲਾ ਵਾ। ਤੇ ਇੱਕ ਗੇਂਦ ਦਾ ਮੁੱਲ ਵੀ ਅਸੀਂ ਜਿਹੜਾ ਉਹ ਮੰਨ ਲੈਂਦੇ ਹਾਂ। ਇੱਕ ਗੇਂਦ ਦਾ ਜਿਹੜਾ ਮੁੱਲ ਵਾ ਉਹ ਸਾਡੇ ਕੋਲ ਅਸੀਂ y ਰੁਪਈਏ ਮੰਨ ਲੈਂਦੇ। ਦੇਖੋ ਹੁਣ ਸਥਿਤੀ ਅਨੁਸਾਰ ਜੋ ਅਸੀਂ ਲਿਖਾਂਗੇ, ਸਥਿਤੀ ਅਨੁਸਾਰ ਜਾਂ ਰਕਮ ਅਨੁਸਾਰ ਕਹਿ ਸਕਦੇ ਹਾਂ, ਪ੍ਰਸ਼ਨ ਅਨੁਸਾਰ ਕਹਿ ਸਕਦੇ, ਜ਼ਿਆਦਾ ਬੈਟਰ ਵਾ। ਅਸੀਂ ਲਿਖ ਸਕਦੇ ਹਾਂ ਕਿ ਪ੍ਰਸ਼ਨ ਅਨੁਸਾਰ ਕਹਿੰਦਾ ਕਿ ਉਹਨੇ 3 ਬੱਲੇ ਖਰੀਦੇ। ਦੇਖੋ ਜੇ ਇੱਕ ਬੱਲਾ x ਰੁਪਏ ਦਾ ਤੇ
ਇੱਕ ਬੱਲਾ x ਰੁਪਏ ਦਾ, ਦੋ ਬੱਲੇ 2x ਦੇ ਹੋਣਗੇ, ਤਿੰਨ ਬੱਲੇ 3x ਦੇ ਹੋਣਗੇ। ਤਾਂ ਮਤਲਬ ਮੈਨੂੰ 3x ਰੁਪਏ ਦੇਣੇ ਪੈਣੇ ਆ। ਸੋ ਮੈਂ 3x ਰੁਪਏ ਦੇਤੇ ਤਿੰਨ ਬੱਲਿਆਂ ਲਈ। ਇੱਕ ਇੱਕ ਗੇਂਦ ਜਿਹੜੀ ਆ ਉਹ y ਰੁਪਏ ਦੀ ਹੈ, ਇੱਕ ਗੇਂਦ y ਰੁਪਏ ਦੀ ਹੈ, ਦੋ ਗੇਂਦ 2y ਦੀ ਹੋਊਗੀ, ਤੇ ਪੰਜ ਗੇਂਦਾਂ 5y ਦੀਆਂ ਹੋਣਗੀਆਂ, ਤੇ 6 ਗੇਂਦਾਂ 6y ਦੀਆਂ ਹੋਣਗੀਆਂ। ਇਹਦਾ ਮਤਲਬ ਮੈਨੂੰ 6y ਰੁਪਏ ਦੇ ਕੇ ਮੈਂ ਦੇਖੋ ਜੇ ਤਿੰਨ ਬੱਲੇ ਲੈਣੇ 3x ਰੁਪਏ ਦਊਂਗਾ ਤੇ 6y ਰੁਪਏ ਦੇ ਕੇ ਆ ਜਿਹੜੇ ਰੁਪਏ ਆ ਮੈਂ ਉਹਨਾਂ ਨੂੰ ਦੇ ਕੇ ਤਾਂ ਮੈਂ ਆਪਣੇ ਜਿਹੜੇ ਆ ਤਿੰਨ ਗੇਂਦਾਂ ਤੇ 6 ਬੱਲੇ ਤਿੰਨ ਬੱਲੇ ਤੇ 6 ਗੇਂਦਾਂ ਲੈ ਆਉਂਗਾ। ਪਰ ਉਹਨਾਂ ਨੇ ਸਾਨੂੰ ਕੰਡੀਸ਼ਨ ਦਿੱਤੀ ਆ ਕਿ ਮੈਂ ਕਿੰਨੇ ਪੈਸੇ ਦਿੱਤੇ, 3900 ਰੁਪਇਆ ਜਿਹੜਾ ਉਹ ਮੈਂ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਬੱਲਾ ਜਿਹੜਾ ਖਰੀਦਿਆ, ਦੂਜੀ ਕੰਡੀਸ਼ਨ ਬਣਾਉਂਗਾ ਨਾਲ ਹੀ ਮੈਂ ਕਿ ਇੱਕ ਬੱਲਾ ਕਿੰਨੇ ਦਾ ਸੀਗਾ ਸਾਡੇ ਕੋਲ, x ਰੁਪਏ ਦਾ ਇੱਕ ਬੱਲਾ x ਰੁਪਏ ਦਾ, ਤੇ ਉਹਨੇ ਉਸੇ ਤਰ੍ਹਾਂ ਦੀਆਂ ਤਿੰਨ ਗੇਂਦਾਂ ਖਰੀਦੀਆਂ, ਤਿੰਨ ਗੇਂਦਾਂ 3y ਰੁਪਏ ਦੀਆਂ, ਤੇ ਪੈਸੇ ਕਿੰਨੇ ਦੇ ਕੇ ਆਇਆ ਉਹ 1300 ਰੁਪਏ। ਸੋ ਇਹ ਸਾਡਾ ਜਿਹੜਾ ਵਾ ਇਹ ਬੀਜ ਗਣਿਤਿਕ ਰੂਪ ਆ ਚੁੱਕਾ ਵਾ ਬੜਾ ਹੀ ਈਜ਼ੀਲੀ। ਸੋ ਇਹ ਅਸੀਂ ਕਹਿ ਦਾਂਗੇ ਕਿ ਸਥਿਤੀ ਨੂੰ ਬੀਜ ਗਣਿਤਿਕ ਰੂਪ ਵਿੱਚ ਵਿਅਕਤ ਕਰੋ। ਸੋ ਅਸੀਂ ਲਿਖ ਦਾਂਗੇ ਲੋੜੀਂਦਾ ਬੀਜ ਗਣਿਤਿਕ ਰੂਪ, ਲੋੜੀਂਦਾ ਬੀਜ ਗਣਿਤਿਕ ਰੂਪ ਸਾਡੇ ਕੋਲ ਜਿਹੜਾ ਵਾ ਇਹ ਸਾਡਾ ਹੈਗਾ। ਦੇਖੋ ਇੱਥੇ ਤੱਕ ਤੁਹਾਨੂੰ ਆਈਡੀਆ ਨਾ ਮੈਨੂੰ ਲੱਗਦਾ ਕਿ 1.5 ਨੰਬਰ ਤਾਂ ਪੱਕਾ ਮਿਲ ਜਾਏਗਾ, ਹੱਦ ਤੋਂ ਹੱਦ ਤੁਹਾਨੂੰ 2 ਵੀ ਮਿਲ ਸਕਦੇ। ਠੀਕ ਹੈ, 1.5 ਨੰਬਰ ਤਾਂ 100% ਬਣਦੇ ਆ। ਉਸ ਤੋਂ ਬਾਅਦ ਅਸੀਂ ਇਹਨਾਂ ਦਾ ਗ੍ਰਾਫ ਬਣਾਉਣਾ ਵਾ। ਸੋ ਗ੍ਰਾਫ ਅਸੀਂ ਕਿੱਦਾਂ ਬਣਾ ਸਕਦੇ ਹਾਂ ਤੁਹਾਨੂੰ ਦੇਖਣਾ ਪੈਣਾ। ਸੋ ਗ੍ਰਾਫ ਇਹਦਾ ਬਣਾਉਣਾ ਜਮਾਇਤੀ ਰੂਪ ਜਿਹਨੂੰ ਅਸੀਂ ਕਹਿੰਦੇ ਆ। ਸੋ ਅਸੀਂ ਹੁਣ ਹੈਡਿੰਗ ਪਾ ਲਾਂਗੇ ਇੱਥੇ ਕਿ ਜਮਾਇਤੀ ਰੂਪ। ਸਾਡਾ ਜਿਹੜਾ ਜਮਾਇਤੀ ਰੂਪ ਆਊਗਾ ਉਹ ਅਸੀਂ ਕਿੱਦਾਂ ਕਰਾਂਗੇ ਦੇਖਣਾ। ਸੋ ਜਮਾਇਤੀ ਰੂਪ ਦਾ ਅਸੀਂ ਹੈਡਿੰਗ ਦੇ ਕੇ ਤੇ ਇਹਦੇ ਜਿਹੜੇ ਅਸੀਂ ਆਹ ਜਿਹੜੀਆਂ ਦੋ ਇਕੁਏਸ਼ਨਾਂ ਵਾ ਇਹਦਾ ਗ੍ਰਾਫ ਤੇ ਇਹਦਾ ਬਣਾਵਾਂਗੇ। ਸੋ ਅਸੀਂ ਇੱਥੇ ਲਿਖਦੇ ਹਾਂ 3x plus 6y is equal to 3900। ਸਮੀਕਰਨ ਕਹਿ ਸਕਦੇ ਹੋ ਤੁਸੀਂ ਇਹਨੂੰ, ਸਮੀਕਰਨ 3x plus 6y is equal to 3900 ਦਾ ਜਮਾਇਤੀ ਰੂਪ ਕਹਿ ਸਕਦੇ ਹਾਂ ਜਾਂ ਗ੍ਰਾਫ ਬਣਾਉਣ ਲਈ। ਸੋ ਗ੍ਰਾਫ ਬਣਾਉਣ ਲਈ ਸਾਨੂੰ ਕੀ ਕਰਨਾ ਪੈਂਦਾ? ਸੋ ਗ੍ਰਾਫ ਬਣਾਉਣ ਲਈ ਸਭ ਤੋਂ ਪਹਿਲਾਂ ਤਾਂ ਸਾਡਾ ਪ੍ਰੋਸੈਸ ਹੁੰਦਾ ਵਾ ਕਿ ਅਸੀਂ ਇੱਕ ਟੇਬਲ ਬਣਾਉਣਾ ਹੁੰਦਾ ਵਾ। x ਵਾਲੀਆਂ ਰਕਮਾਂ ਇੱਕ ਬੰਨੇ ਕਰ ਲੈਣਾ ਮੈਂ, ਬਾਕੀ ਸਾਰੀਆਂ ਇੱਕ ਬੰਨੇ। ਦੇਖੋ ਇਹ ਤਾਂ ਇੱਧਰਲੇ ਬੰਨੇ ਸੀਗਾ, ਇਹਨੂੰ ਮੈਂ ਸ਼ਿਫਟ ਕਰਕੇ ਇੱਧਰਲੇ ਬੰਨੇ ਲੈ ਕੇ ਆਉਣਾ ਬਰਾਬਰ ਦੇ, ਤੇ ਜਦੋਂ ਬਰਾਬਰ ਦੇ ਅਸੀਂ ਸ਼ਿਫਟ ਕਰਦੇ ਹਾਂ ਤੇ ਸਾਡਾ ਸਾਈਨ ਚੇਂਜ ਕਰੇਗਾ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ x ਵਾ ਜੋ x ਦੇ ਨਾਲ ਹੁੰਦਾ ਵਾ ਇਹ ਇੱਧਰਲੇ ਬੰਨੇ ਆ ਕੇ ਤਕਸੀਮ ਹੋ ਜਾਂਦਾ ਵਾ ਇੱਥੇ। ਸੋ ਸਾਡੇ ਕੋਲ ਆ ਜਾਏਗਾ 3900 ਮਾਈਨਸ 6y। ਸੋ ਇਹ ਸਾਡਾ ਪਹਿਲਾ ਪ੍ਰੋਸੈਸ ਹੁੰਦਾ ਵਾ ਕੋਈ ਵੀ ਜਮਾਇਤੀ ਰੂਪ ਦੇ ਵਿੱਚ ਜਾਂ ਗ੍ਰਾਫ ਬਣਾਉਣ ਦੇ ਲਈ ਪ੍ਰੋਸੈਸ ਕਰਨ ਲਈ। ਹੁਣ ਦੇਖੋ ਇੱਧਰਲੇ ਬੰਨੇ ਸਾਡੇ ਕੋਲ y ਆ, ਅਸੀਂ y ਭਰਨੀ ਸ਼ੁਰੂ ਕਰ ਦਾਂਗੇ। ਅਸੀਂ ਕਹਾਂਗੇ ਹੁਣ y ਬਰਾਬਰ, ਦੇਖੋ ਇੱਥੇ 3900 ਆ, ਜੇ ਮੈਂ 1 ਭਰੂੰਗਾ y ਨੂੰ ਤਾਂ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਆਉਗੀਆਂ। ਸੋ 3900 ਆ, ਮੈਂ 100 ਦੀਆਂ ਵੈਲਿਊਜ਼ ਲਊਂਗਾ। ਸੋ ਮੈਂ ਆਈਡੀਆ ਨਾਲ ਜੇ ਇੱਥੇ ਮੰਨ ਲਓ 500 ਭਰਦਾ ਵਾਂ, ਠੀਕ ਹੈ 500 ਭਰਦਾ ਵਾਂ ਤੇ ਮੇਰੇ ਕੋਲ 1500 ਆਉਂਦਾ। ਵੈਸੇ ਭਰਨ ਨੂੰ ਮੈਂ ਇੱਥੇ ਵੀ ਭਰ ਸਕਦਾ 1 ਭਰ ਲਵਾਂ ਤਾਂ ਮੇਰੇ ਕੋਲ x ਦਾ ਮੁੱਲ ਜਿਹੜਾ ਵਾ ਉਹ 3900 ਮਾਈਨਸ 6 ਬਟਾ 3 ਆਏਗਾ। ਸੋ 3900 ਜੋ ਮੈਂ 6 ਕੱਟੂੰਗਾ ਤੇ ਮੇਰਾ ਤਕਰੀਬਨ 3894 ਬਟਾ 3 ਆ ਜਾਊਗਾ। ਪਤਾ ਨਹੀਂ ਇਹ ਡਿਵਾਈਡ ਹੋਣਾ ਕਿ ਨਹੀਂ। ਸੋ ਇਹ ਬਹੁਤ ਵੱਡੀ ਰਕਮ ਆਈ ਕਿ ਜਦੋਂ ਮੈਂ ਡਿਵਾਈਡ ਕਰ ਲਵਾਂਗਾ ਨਾ ਇਹਨੂੰ, ਮੇਰੇ ਕੋਲ ਆ ਜਾਏਗਾ 1 2 9 ਤੇ 8 ਆ ਜਾਣਾ, ਤੇ 1298 ਮੈਨੂੰ ਜਦੋਂ ਮੈਂ ਗ੍ਰਾਫ ਬਣਾਉਂਗਾ ਉਹ 'ਚ ਲੱਭਣਾ ਬਹੁਤ ਔਖਾ ਹੋ ਜਾਣਾ। ਸੋ ਇਸ ਕਰਕੇ ਮੈਂ ਆਪਣੀ ਪਹਿਲਾਂ ਵਾਲੀ ਵੀਡੀਓ ਜਿਹ 'ਚ ਬਣਾਈ ਸੀ ਉਹ 'ਚ ਵੀ ਦੱਸਿਆ ਸੀ ਕਿ ਅਸੀਂ ਇਹ 'ਚ 100 ਦੀਆਂ ਵੈਲਿਊਜ਼ ਲਵਾਂਗੇ। ਦੇਖੋ ਜੇ ਮੈਂ ਇੱਥੇ 100 ਲੈਣਾ ਤਾਂ ਮੈਂ 100 ਤਾਂ ਬਣਾ ਲੂੰਗਾ। ਦੇਖੋ ਜਦੋਂ ਮੈਂ ਗ੍ਰਾਫ ਬਣਾਉਣਾ ਸ਼ੁਰੂ ਕਰੂੰਗਾ ਮੇਰਾ ਇੱਥੇ 100 ਆਊਗਾ, ਇੱਥੇ 100 ਆਊਗਾ, ਇਹਦਾ ਮਤਲਬ 100 ਤਾਂ ਲੱਗ ਗਈ ਹੈ। ਸੋ ਮੈਂ x ਦੀ ਮੁੱਲ ਕੱਢੂੰਗਾ, ਇੱਥੇ ਮੇਰੇ ਕੋਲ ਆ ਜਾਏਗਾ 3900, y ਨੂੰ ਮੈਂ 100 ਭਰਿਆ, ਮੇਰੇ ਕੋਲ ਇੱਥੇ ਆ ਜਾਏਗਾ 6 ਗੁਣਾ 100 ਤੇ ਬਟਾ ਮੇਰੇ ਕੋਲ ਇੱਥੇ 3 ਆ ਜਾਏਗਾ। ਸੋ ਅੱਗੇ ਮੈਂ ਫਰਦਰ ਸੋਲਵ ਕਰੂੰਗਾ ਇਹਨੂੰ ਤਾਂ ਮੇਰੇ ਕੋਲ ਆ ਜਾਏਗਾ 3900 ਤੇ 6 ਨੂੰ 100 ਨਾਲ ਕੀਤਾ 600 ਆ ਜਾਏਗਾ, ਤੇ 600 ਬਟਾ ਮੇਰੇ ਕੋਲ ਕਿੰਨਾ ਆ ਜਾਏਗਾ 3 ਆ ਜਾਏਗਾ, ਤੇ 3900 ਚੋਂ ਮੈਂ 600 ਕੱਟੂੰਗਾ ਤਾਂ ਮੇਰੇ ਕੋਲ ਆ ਜਾਏਗਾ 3300। ਸੋ 3300 ਬਟਾ 3 ਜਦੋਂ ਮੈਂ ਆਊਂਗਾ ਮੇਰੇ ਕੋਲ ਕਿੰਨਾ ਆ ਜਾਏਗਾ ਇੱਥੇ, ਮੈਂ 3300 ਨੂੰ ਜਦੋਂ 11 ਨਾਲ ਡਿਵਾਈਡ ਕਰੂੰਗਾ, 3 ਨਾਲ ਡਿਵਾਈਡ ਕਰੂੰਗਾ, 3300 ਡਿਵਾਈਡਡ ਬਾਈ 3 ਕਰੂੰਗਾ, 3 1 ਜਾਂ 3 ਫਿਰ 1 ਜਾਂ 3 ਸਾਡੇ ਕੋਲ 1100 ਆਉਣਾ ਵਾ। ਤੇ 1100 ਤੱਕ ਵੀ ਮੇਰਾ ਟੇਬਲ ਲਿਜਾਣਾ ਮੈਨੂੰ ਔਖਾ ਲੱਗਦਾ ਵੈਸੇ, 100 200 300 400 ਟੇਬਲ ਮੇਰਾ ਕਾਫੀ ਦੂਰ ਤੱਕ ਜਾਏਗਾ। ਸੋ ਚਲੋ ਕੋਈ ਏਡਾ ਇਸ਼ੂ ਨਹੀਂ, ਤੁਸੀਂ ਲਿਜਾ ਵੀ ਸਕਦੇ ਆ, ਇੱਕ ਟੇਬਲ ਦੇ ਵਿੱਚ 1100 ਤੱਕ ਵੀ ਈਜ਼ੀਲੀ ਜਾਇਆ ਜਾ ਸਕਦਾ। ਸੋ
सो इत्थे मेरे को आ जाएगा 1100। सो मैं इत्थे लिख लेना 1100। सो दूजा जिहड़ा वा मेरे को आ जाएगा, मैं हुण दूजा फिल करूँगा, जो फिर लिखूँगा मैं कहूँगा हुण वाई नूं मैं आईडिया नाल ये भरूँगा कि मेरा इत्थे बटे दे विच भी ना आवे, जिद्दां 1100 आ गया। सो जे मैं इत्थे 300 भर लवां, वाई नूं 300 भरूँगा तो मेरे को इत्थे आएगा x बराबर 3900। आ वाई की जगह ते 300 भरूँगा, मेरे को आ जाएगा 6 गुणा 300 बटा मेरे को 3 आ जाएगा। सो मेरे को आ जाएगा 3900 माइनस 1800। सो 1800 बटा 3 आ जाएगा। 3900 जो 1800 कटिया 2100 बटा 3 आ जाएगा। 2100 नूं 3 नाल डिवाइड करूँगा तो मेरे को 700 आ जाएगा। सो ये मेरा तकरीबन करीब आ गया। सो मेरा एक टेबल बन जाता वा इत्थे, जिहड़ा कि इस तरीके नाल मैं बना सकदा वां कि टेबल ईजीली 2 वैल्यूज़ तक असीं बना लईए तो साडा ग्राफ बनाउण लई असीं बिल्कुल सज्ज हो जाने। सो एक्स ते वाई। सो एक्स साडे को कितना, देखो आ एक्स कढ़िया मैं बहुत वड्डा, आ 1100 आया सी, उस तो बाद वाई साडा 100 आया सी, ते इधरों साडा जिहड़ा जदों एक्स 700 आया ते वाई साडा 300 आया। ये ध्यान रखण बच्चे कि कई बारी इत्थे तुसीं उल्ट लिख लैंदे, वाई उत्ते लिख लैंदे, एक्स नीचे लिख लैंदे। सो साडे को दूजी इक्वेशन कितनी है, एक्स प्लस 13, एक्स प्लस 3 वाई बराबर 1300। सो पहला इहदा टेबल बनावांगे फिर ग्राफ बनावांगे। सो हुण असीं कहांगे हुण समीकरण एक्स प्लस 3 वाई बराबर 1300 का ग्राफ बनाउण लई सो 1300 का ग्राफ बनावांगे। जो असीं साडे को इत्थे सेम वही चीज़ करांगे असीं कि 1300 इधरले बन्ने आ ते आ 3 वाई सज्जे बन्ने लियावांगे तो ये अपना साइन चेंज करेगा। हुण इहदे मोहरे कुछ भी नहीं हैगा, सो लोड़ ही नहीं हैगी, बड़ा ईजी है। सो असीं सिंपल वाई का मुੱਲ भरांगे। असीं कहांगे हुण वाई बराबर, जे तुसीं मान लो सपोज करो 100 ले लें, वाई बराबर 100 लें तो तुहाडा एक्स कितना आउंदा 1300 माइनस 3 गुणा 100, तो तुहाडा इत्थे कितना आ जाएगा 1300 माइनस 300 आ जाएगा, क्योंकि 3 नूं 100 नाल गुणा किया 300, 1300 तो 300 कटिया साडे को 1000 आ जाएगा। सो एक मुੱਲ कढ लिया। दूजा मुੱਲ किद्दां कढांगे, वाई नूं मान लो आपां 300 फिर भर के देख लैंदे, ठीक है। 300 भरिया तो एक्स का मुੱਲ आ जाएगा 1300 माइनस 3, बाकी तुसीं जो मर्जी भर सकते। मैं 300 भरिया तो मेरे को एक छोटा जिहा एक अखर आ जाएगा, मतलब जो मेरे टेबल के हिसाब नाल जाएगा 900, तो मेरे को इत्थे 400 आ जाएगा। सो मेरा इहदा भी टेबल बन गया एक। सो इहदा मैं जो टेबल ड्रा कर लिया, मेरे को इस तरीके नाल आ जाएगा एक्स ते वाई, एक्स ते वाई। एक्स मेरे को कितना वा इत्थे, पहला 1000 वा, इत्थे 1000 वा एक्स, ते वाई कितना सीगा 100 आया। उस तो बाद एक्स मेरा 400 आ ते वाई कितना आया मेरा, दैट इज इक्वल टू 300। सो 300 आ गया। सो मैं हुण इन्हां दा ग्राफ बनाउणा वा, मैं सो आह टेबल भी थोड़ा जिहा शिफ्ट कर लवां ताकि असीं ग्राफ बना सकीए। सो मैं इत्थे वैसे लै आउणा वा कि मैनूं जिहड़ा वा ग्राफ बनाउण दे विच दिक्कत ना आवे। सो असीं हुण इहदा ग्राफ बनावांगे। सो जदों असीं इहदा ग्राफ बनावांगे, सो मैं इत्थे ग्राफिकल सेंस ले आवां जरा। सो हाँ जी, सो ये असीं ग्राफ बनावांगे इन्हां दा। सो जदों असीं इहदा ग्राफ बनाउने आ, एक्स एक्सिस वाई एक्सिस बनावांगे असीं सब तो पहलां तां एक्स एक्सिस एंड वाई एक्सिस। सो ये साडे को एक्स एक्सिस वाई एक्सिस बनदे इदां। सो जे इन्हां नूं थोड़ा जिहा होर असीं शिफ्ट करिए तां काफ़ी वड्डा साडा ग्राफ बन सकदा इत्थे। सो ये साडा एक्स एक्सिस आ, इहनूं असीं एक्स डैश पाउने आ। सिमिलरली असीं जे गल करिए तां इत्थे साडे को वाई डैश आएगा, सॉरी वाई कल्ला आएगा तो नीचे साडे को वाई डैश आएगा। सो 100 100 का असीं डिफरेंस लिया वा, जे असीं गल करिए सो वाई डैश आ जाएगा। सो तुसीं इत्थे जदों पॉइंट प्लॉट करना शुरू करोगे, तुहाडे को इत्थे आ जाएगा 100 200 300 400 500 600, देन आ जाएगा साडे को 700 800 900 एंड 1000। सो इस तरीके नाल आ जाएगा। फिर इत्थे आ जाएगा 100 देन 200, सो देन 300 400। सो साडा ये 1100 तक गया सीगा। सो मैं 1100 तक ले आवां, साडे को इत्थे आ जाएगा 500 600 700
ਤੇ 800 ਤੇ ਇੱਥੇ ਤੱਕ ਸਾਡਾ ਚੱਲ ਜਾਏਗਾ। ਸੋ ਬਾਕੀ ਜੋ ਨੈਗੇਟਿਵ ਪੋਜ਼ਿਟਿਵ ਆ, ਨੈਗੇਟਿਵ ਅਸੀਂ ਵੈਲਿਊਜ਼ ਲਈਆਂ ਨਹੀਂ, ਤੁਸੀਂ ਲਿਖ ਸਕਦੇ ਆ ਜਿੰਨਾ ਵੀ, ਮੈਂ ਇੱਕ ਇੱਕ ਲਿਖ ਦਿੰਦਾ ਇੱਥੇ -100 ਤੇ -200, ਇੱਧਰਲੇ ਬੰਨੇ ਵੀ -200। ਹੁਣ ਦੇਖੋ ਪਹਿਲਾ ਗ੍ਰਾਫ ਬਣਾਵਾਂਗੇ, ਕਹਿੰਦੇ ਕਿ ਜਦੋਂ x ਸਾਡਾ ਸਾਡੇ ਕੋਲ ਇੱਥੇ ਆਉਣਗੇ, ਅਸੀਂ ਗ੍ਰਾਫ ਬਣਾ ਦਿੰਦੇ ਆ। x ਸਾਡੇ ਕੋਲ ਜਿਹੜਾ ਪਹਿਲਾਂ ਆ ਉਹ 100 ਆ, x 100 ਤੇ y 100, x 1000 ਸੌਰੀ x 1000 ਆ ਤੇ y 100। ਸੋ ਆ ਦੇਖੋ ਸਾਡਾ ਇਹਦੇ ਇੱਧਰ ਨੂੰ ਜਾਵਾਂਗੇ ਤੇ x 1000 ਆ ਤੇ y 100 ਵਾ। ਸੋ ਇਹ ਸਾਡਾ ਫਸਟ ਪੁਆਇੰਟ। ਫਿਰ ਉਸ ਤੋਂ ਬਾਅਦ ਜਿਹੜਾ y ਆ ਉਹ ਸਾਡਾ x 400 ਵਾ, x ਆ 400 ਆ। ਸੋ ਆ ਸਾਡਾ 400 ਤੇ y ਸਾਡਾ 300 ਜਾਏਗਾ। ਸੋ ਤੁਸੀਂ ਇੱਥੋਂ ਈਜ਼ੀਲੀ ਦੇਖ ਸਕਦੇ ਆ ਕਿ ਇਹ ਸਾਡਾ 300 ਵਾ y, x ਸਾਡਾ 400 ਆ। ਸੋ ਇਹਦੇ ਵਿੱਚ ਅਸੀਂ ਲਾਈਨ ਪਲਾਟ ਕਰਾਂਗੇ ਕਿ ਅਸੀਂ ਲਾਈਨ ਤੁਸੀਂ ਸਕੇਲ ਰੱਖ ਕੇ ਡਰਾ ਕਰ ਸਕਦੇ ਆ। ਸੋ ਮੈਂ ਇੱਥੇ ਥੋੜੀ ਜਿਹੀ ਟੈਕਨੋਲੋਜੀ ਯੂਜ਼ ਕਰ ਲੈਣਾ। ਸੋ ਸਾਡੇ ਕੋਲ ਇੱਥੇ ਇਸ ਤਰੀਕੇ ਨਾਲ ਲਾਈਨ ਜਿਹੜੀ ਆ ਉਹ ਇੱਥੇ ਪ੍ਰੋਪਰਲੀ ਜਿਹੜੀ ਆ ਉਹ ਬਣ ਜਾਏਗੀ। ਸਾਡੇ ਕੋਲ ਇਸ ਤਰੀਕੇ ਨਾਲ ਅਸੀਂ ਇਹਨਾਂ ਦੋਨਾਂ ਪੁਆਇੰਟਾਂ ਦੇ ਵਿੱਚੋਂ ਜਿਹੜੀ ਲਾਈਨ ਵਾ ਇਹ ਡਰਾ ਕਰ ਦੇਣੀ ਤਾਂ ਕਿ ਸਾਡੀ ਦੋਨਾਂ ਪੁਆਇੰਟਾਂ 'ਚੋਂ ਪਾਸ ਕਰੇ ਇਸ ਤਰੀਕੇ ਨਾਲ। ਸੋ ਇਹ ਸਾਡੀ ਕਿਹੜੀ ਲਾਈਨ ਸੀਗੀ? ਸੈਕੰਡ ਲਾਈਨ ਸੀ ਸਾਡੀ x + 3y = ਸੋ ਇਹਦੇ ਉੱਤੇ ਤੁਸੀਂ ਲਿਖ ਦੇਣਾ ਵਾ ਕਿ ਇਹ ਹੈਗੀ ਆ x + 3y = 1300। ਉਸ ਤੋਂ ਬਾਅਦ ਜਿਹੜੀ ਫਸਟ ਲਾਈਨ ਸੀਗੀ ਉਹਦਾ ਗ੍ਰਾਫ ਅਸੀਂ ਇੱਧਰਲੇ ਬੰਨੇ ਰੱਖਿਆ ਸੀਗਾ। ਸੋ ਇਹਦੇ ਵਿੱਚ ਦੇਖਦੇ ਹਾਂ ਅਸੀਂ। ਸੋ ਸਾਡੇ ਕੋਲ 1100 ਅਸੀਂ ਇਹਦੇ ਵਿੱਚ ਕਰ ਸਕਦੇ ਹਾਂ। ਜੇ ਅਸੀਂ ਇਹਦੀ ਲਾਈਨ ਬਣਾਈਏ ਤਾਂ ਪਹਿਲਾਂ 1100 ਵਾ, x ਸਾਡੇ ਕੋਲ 1100 ਆ, 1100 ਇੱਥੇ ਆ। ਸੋ 1100 ਤੇ ਸਾਡੇ ਕੋਲ y ਕਿੰਨਾ ਵਾ? ਦੈਟ ਇਜ਼ 100। ਸੋ 1100 ਤੇ ਸਾਡਾ y ਇੱਥੇ 100 ਆਏਗਾ। ਸੋ ਇਹ ਸਾਡਾ ਇੱਥੇ ਆ ਜਾਏਗਾ ਪੁਆਇੰਟ। ਜਿਹੜਾ ਜੇ ਮੈਂ ਗੱਲ ਕਰਾਂ ਤੇ ਇਹ ਪੁਆਇੰਟ ਸਾਡਾ ਆਏਗਾ 1100, 100। ਸੋ ਇਹ ਸਾਡੇ ਕੋਲ ਆ ਗਿਆ। ਉਸ ਤੋਂ ਬਾਅਦ ਇਹ ਸਾਡੇ ਕੋਲ 700 ਐਂਡ 300 ਵਾ। ਸੋ 700 ਇੱਥੇ ਹੁੰਦਾ ਤੇ 300 ਇੱਥੇ ਹੁੰਦਾ। ਸੋ ਇਹ ਸਾਡੇ ਕੋਲ ਇੱਥੇ ਆਏਗਾ 700 ਤੇ 300 ਸਾਡੇ ਕੋਲ ਇੱਥੇ ਆ ਜਾਏਗਾ। ਸੋ ਇਹ ਸਾਡੇ ਕੋਲ ਪੁਆਇੰਟ ਆ ਜਾਏਗਾ। ਅਗੇਨ ਅਸੀਂ ਉਸੇ ਤਰੀਕੇ ਦੇ ਨਾਲ ਹੀ ਜਿਹੜੀ ਲਾਈਨ ਆ ਉਹ ਡਰਾ ਕਰਾਂਗੇ। ਸੋ ਲਾਈਨ ਜਦੋਂ ਅਸੀਂ ਡਰਾ ਕਰਦੇ ਹਾਂ ਤਾਂ ਸਾਡੇ ਕੋਲ ਜਿਹੜਾ ਜਮੈਤੀ ਰੂਪ ਆ ਉਹ ਬੜਾ ਵਧੀਆ ਤਰੀਕੇ ਨਾਲ ਇੱਥੇ ਨਿਕਲ ਕੇ ਆ ਜਾਏਗਾ। ਸੋ ਜਦੋਂ ਅਸੀਂ ਇਹਦੀ ਲਾਈਨ ਡਰਾ ਕਰਦੇ ਹਾਂ ਸੋ ਇਸ ਤਰੀਕੇ ਨਾਲ ਇਸ ਪੁਆਇੰਟ 'ਚੋਂ ਇਹ ਜਿਹੜੀ ਆ ਇਹ ਰਿਮੂਵ ਹੋ ਜਾਏਗੀ। ਸੋ ਇਹਨਾਂ ਦੋਨਾਂ ਪੁਆਇੰਟਾਂ 'ਚੋਂ ਮੈਂ ਇਸ ਤਰੀਕੇ ਨਾਲ ਪਲਾਟ ਕਰ ਸਕਦਾ। ਸੋ ਇਹ ਮੇਰੀ ਲਾਈਨ ਪ੍ਰੋਪਰਲੀ ਦੋਨੇ ਪੁਆਇੰਟਾਂ 'ਚੋਂ ਪਾਸ ਹੋ ਗਈ। ਤੁਸੀਂ ਸਕੇਲ ਰੱਖ ਕੇ ਲਿਖ ਸਕਦੇ ਆ। ਸੋ ਜਿਹੜੀ ਮੇਰੀ ਪਹਿਲੀ ਲਾਈਨ ਸੀ ਉਹਦੇ ਵਿੱਚ 3x + 6y = 3900 ਸੀ। ਸੋ ਦਿਸ ਇਜ਼ ਦਾ, ਇਹ ਜਿਹੜੀ ਸਾਡੇ ਕੋਲ ਜਿਹੜੀ ਸਕੀਮ ਬਣ ਗਈ ਹੈ, ਇਹ ਸਾਡੀ ਜਿਹੜੀ ਆ ਜਮਾਇਤੀ ਰੂਪ ਸਾਡਾ ਜਿਹੜਾ ਇਹ ਆ ਅਸੀਂ ਲਿਖ ਸਕਦੇ ਇੱਥੇ ਕਿ ਲੋੜੀਂਦਾ ਜਮਾਇਤੀ ਰੂਪ, ਲੋੜੀਂਦਾ ਜਮਾਇਤੀ ਰੂਪ। ਸੋ ਇਹ ਸਾਡਾ ਇੱਥੇ ਮੁਕੰਮਲ ਸਾਨੂੰ 4 ਮਾਰਕਸ ਜਿਹੜੇ ਆ ਉਹ ਸਾਡੇ ਮਿਲ ਜਾਣਗੇ। ਪ੍ਰੋਪਰ ਸਾਡਾ ਸੋਲੂਸ਼ਨ ਹੈ। ਸੋ ਇਹ ਸਾਡਾ ਸਿਰਫ ਪਹਿਲੇ ਪਾਰਟ ਦਾ ਸੀ। ਹੁਣ ਮੈਂ ਜਿਹੜਾ ਜਾਂ ਪਾਰਟ ਦਾ ਗ੍ਰਾਫ ਆ ਉਹ ਵੀ ਤੁਹਾਨੂੰ ਬਣਾ ਕੇ ਥੋੜਾ ਜਿਹਾ ਉਹਦੇ ਬਾਰੇ ਦੱਸ ਦਵਾਂ। ਸੋ ਇਹ ਸਾਡਾ ਇਸ ਤਰੀਕੇ ਨਾਲ ਬਣ ਜਾਏਗਾ। ਉਸ ਤੋਂ ਨੈਕਸਟ ਸਾਡਾ ਅਸੀਂ ਕਰਾਂਗੇ ਜਾਂ ਪਾਰਟ। ਸੋ ਜਾਂ ਪਾਰਟ ਦੇ ਵਿੱਚ ਵੀ ਸਾਡੇ ਕੋਲ ਗ੍ਰਾਫ ਆ। ਸੋ 11th ਦਾ ਅਸੀਂ ਜਾਂ ਦਾ ਹੱਲ ਕਰਾਂਗੇ, ਬਟ ਕਰਨਾ ਤੁਸੀਂ ਪੇਪਰ ਦੇ ਵਿੱਚ ਇੱਕੋ ਹੀ ਆ। ਸੋ ਸਾਡੇ ਕੋਲ ਸਮੀਕਰਨ ਕਿਹੜੇ ਕਿਹੜੇ ਆ? ਅਸੀਂ ਕਹਾਂਗੇ ਸਮੀਕਰਨ ਹਨ ਦੈਟ ਇਜ਼ ਇਕੁਅਲ ਟੂ x + 2y - 4 = 0 ਤੇ ਦੂਜਾ ਕਿਹੜਾ ਵਾ 2x + 4y - 12 = 0। ਸੋ ਸਾਡੇ ਕੋਲ ਇਹ ਪਹਿਲਾ ਸਮੀਕਰਨ ਆ, ਇਹ ਦੂਜਾ ਸਮੀਕਰਨ ਆ। ਇਹਨਾਂ ਦਾ ਸਿੰਪਲ ਅਸੀਂ ਜਮਾਇਤੀ ਰੂਪ ਵਿੱਚ ਦਰਸਾਉਣਾ ਵਾ, ਹੋਰ ਕੁਝ ਨਹੀਂ ਕਰਨਾ। ਸੇਮ ਜਿੱਦਾਂ ਅਸੀਂ ਮੇਰੇ ਹਿਸਾਬ ਨਾਲ ਜੇ ਉੱਪਰਲੇ ਸਮ ਤੇ ਥੱਲੇਲੇ ਸਮ ਚੋਂ ਦੇਖਿਆ ਜਾਵੇ ਤਾਂ ਉੱਪਰਲਾ ਸਮ ਅਟੈਂਪਟ ਕਰਨਾ ਸਾਡਾ ਟਾਈਮ ਜ਼ਿਆਦਾ ਵੇਸਟ ਲੱਗੇਗਾ। ਇਹਦੇ ਵਿੱਚ ਸਿਰਫ ਅਸੀਂ ਗ੍ਰਾਫ ਹੀ ਬਣਾਉਣਾ ਵਾ। ਉਹਦੇ ਵਿੱਚ ਅਸੀਂ ਗ੍ਰਾਫ ਵੀ ਬਣਾਇਆ ਤੇ ਉੱਪਰ ਵੀ ਕੁਝ ਨਾ ਕੁਝ ਕੀਤਾ। ਸੋ ਇਸ ਕਰਕੇ ਜਿਹੜਾ ਉੱਪਰਲਾ ਸਮ ਆ, ਜੋ ਬੱਚੇ ਮੈਥ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਨੇ, ਮਤਲਬ ਉਹਨਾਂ ਨੂੰ ਮੈਥ ਪੜ੍ਹਨਾ ਵਧੀਆ ਲੱਗਦਾ, ਸੋ ਮੇਰੀ ਜਿਹੜੀ ਦਿਲੀ ਖੁਆਇਸ਼ ਆ ਕਿ ਤੁਸੀਂ ਸੈਕੰਡ ਕੁਐਸਚਨ ਅਟੈਂਪਟ ਕਰੋ, ਕਿਉਂਕਿ ਇਹਦੇ ਵਿੱਚ ਸਿੰਪਲ ਅਸੀਂ ਗ੍ਰਾਫ ਹੀ ਬਣਾਉਣਾ, ਸਾਡਾ ਟਾਈਮ ਜਿਹੜਾ ਉਹ ਘੱਟ ਲੱਗੇ। ਸੋ ਪਹਿਲੇ ਸਮੀਕਰਨ ਬਾਰੇ ਗੱਲ ਕਰਾਂਗੇ। ਸਮੀਕਰਨ x + 2y - 4 = 0 ਦਾ ਗ੍ਰਾਫ ਬਣਾਉਣ ਲਈ ਸਾਡੇ ਕੋਲ ਇਹ ਗ੍ਰਾਫ ਬਣਾਵਾਂਗੇ ਤਾਂ ਸਾਡੇ ਕੋਲ ਇਸ ਤਰੀਕੇ ਨਾਲ ਆਵੇਗਾ। ਦੇਖੋ ਅਸੀਂ x + 2y - 4 ਵਾ ਸਾਡੇ ਕੋਲ। ਸੋ ਪਹਿਲਾਂ ਤਾਂ ਇਹ 4 ਸਾਰਾ ਕੁਝ ਮੈਂ ਉਧਰਲੇ ਬੰਨੇ ਲੈ ਕੇ ਜਾਊਂਗਾ। x ਮੇਰਾ ਇੱਧਰ ਆ ਜਾਏਗਾ
ਆ 4 ਨੂੰ ਉਧਰਲੇ ਬੰਨੇ ਲੈ ਕੇ ਚਲ ਗਿਆ प्लस का हो गया, 2y ਨੂੰ ਉਧਰਲੇ ਬੰਨੇ ਲੈ ਗਿਆ ਤੇ ਇਹ माइनस का 2y हो गया। सो बड़े ईजिली साडे को इत्थे हुण y ਦੇ ਮੁੱਲ ਭਰਾਂਗੇ। ਅਸੀਂ ਕਹਾਂਗੇ y बराबर 0 भरन ते, क्योंकि हुण वड्डियां वड्डियां रकमां नहीं हैगियां, सो इस करके अपना 0 1 2 ही भरांगे। y इज इक्वल टू 0 भरन ते साडे को जिहड़ा x का मुੱਲ वा वो कितना आएगा, देखो 4 माइनस 2 गुणा 0, 2 ਨੂੰ 0 ਨਾਲ गुणा किया साडे को कितना आ जाएगा 4 माइनस 0, मतलब 4 ही आ जाएगा। उस तो बाद हुण y बराबर 1 भर सकते हैं तुसीं, भरन ते y बराबर 1 भरन ते साडे को जिहड़ा x का मुੱਲ वा वो कितना आएगा, इहदे विचों आएगा x का मुੱਲ आएगा 4 माइनस 2, y का मुੱਲ असीं 1 भर देंगे। हुण 2 एकम 2, 4 माइनस 2 साडे को 2 ही आ जाएगा। सो साडा इत्थे टेबल बन जाएगा बड़ा वधिया। सो ये सम साडा जल्दी होएगा। सो जे इदां दा सम आवे तां तुसीं कल्ला जमायती रूप वाला अटैम्प्ट करो। देखो x साडा 4 वा ते y साडा कितना आया सी 0 आया सी, इसे केस दे इसे सीधा देखांगे 0। सो x साडा 2 आया वा ते y साडा 1 सीगा, x 2 ते y 1। सो पहला टेबल साडा जिहड़ा वा वो तैयार हो चुका। सो दूजी इक्वेशन साडे को किहड़ी है 2x प्लस 4y माइनस 12। सो असीं समीकरण 2x प्लस 4y माइनस 12 इक्वल टू 0 का ग्राफ बनावांगे हुण इत्थे। सो ग्राफ बनाउण लई सो सब तो पहला वही प्रोसैस अगेन कि पहला x वाली रकमां एक बन्ने करांगे, बाकी दूजे बन्ने। देखो 12 इत्थे माइनस का वा उधरले बन्ने जाके प्लस का हो जाएगा, 4 इधर प्लस का वा उधरले बन्ने जाके माइनस का हो जाएगा। सो ये तुहानूं जरूर देखना पैना, इत्थे बच्चे बहुत जाने गलती करते हैं। उस तो बाद जिहड़ा तुहाडे 4y आ गया, जिहड़ा इहदे नाल हुंदा वा, पिछले सम दे विच इहदे नाल कुछ भी नहीं सीगा उपरले बन्ने इक्वेशन च, इहदे विच 2 आ, सो ये नीचे आ जाएगा। सो जदों ये नीचे आ गया सेम वही सेंस कि जो सज्जे बन्ने आ उहदे विच जिहड़ी इंग्लिश वाली रकम आ, असीं y दा मुੱਲ भरांगे। असीं कहांगे हुण y बराबर 0 भरन ते, फिर y बराबर 0 भरन ते कोई होर भी लै सकदे, तुहाडी मर्जी है। सो मैं ज़्यादातर y 0 1 माइनस 1 2 माइनस 2 इदा भरने की कोशिश करता हूँ। सो y 4 माइनस 4 इंटू 0 बाय 2 आ जाएगा। सो साडे को कितना आ जाएगा 12 माइनस 0, क्योंकि 4 ਨੂੰ 0 ਨਾਲ गुणा किया 0 ही आ जाएगा। सो 12 चो 0 कटिया गया, साडे को आ गया 12 बटा 2 बराबर 6 आ गया। सो साडा जिहड़ा टेबल बनूगा वो इत्थे बनाउणा सी टेबल। साडे को जिहड़ा टेबल आ वो साडे को एक्स वाई का 1 आ चुका, वाई 6 एक्स 6 आ चुका तो वाई 0। हुण दूजे बन्ने भरांगे, असीं कहांगे हुण y बराबर 1 भरन ते। सो y नूं 1 भरांगे तो साडे को x का मुੱਲ कितना आएगा, इत्थे भरांगे 12 माइनस 4, y की जगह 1 भर देंगे बटा 2 आ जाएगा। साडे को आ जाएगा 12 माइनस 4 बटा 2, मतलब 8 बटा 2, दैट इज इक्वल टू 4। सो x साडा 4 आ गया तो y साडा 1 आ गया। सो साडे को दोने टेबल आ गए। सो इन्हां दोवां दा असीं जिहड़ा वा वो ग्राफ असीं जिहड़ा वा वो बनाउणा वा, हुण जमायती रूप जिहनूं कहंदे आ। सो मैं दोने टेबल जिहड़े आ थोड़े जे इत्थे पेस्ट कर लेना ताकि मैनूं जिहड़ी ग्राफ तुहानूं जिहड़ा विजुअल हो जाए, जिन्नी स्क्रीन तुहानूं दिखदी है। सो इस तरीके दे नाल असीं ये दोने ग्राफ आ, साडे कोल पहले दा वा, ये फस्ट दा टेबल वा, ये सैकंड दा टेबल चाहिदा सानूं ग्राफ बनाउण लई। सो असीं ग्राफ तैयार करदे हां। सो ग्राफ बनाउण लई सब तो पहलां असीं स्केल दे नाल लाइनां जिहड़ियां वा ड्रॉ कर लांगे। सो ज़्यादा वड्डे वड्डे मेरे को अखर नहीं हैगे, सो मैं उन्ने की पॉइंट लाऊंगा। देखो इत्थे 0 आ, सो मेरे को एक्स वध तो वध 6 तक गया हुआ वा, 1 2 3 4 5 एंड 6 7 तक ले जाऊँगा। -1 लिख दूंगा, इधर -1 लिख दूंगा, बाकी सारा कुछ तुसीं उस तरीके नाल लिख सकते हो, एक्स एक्स डैश। सो ये मेरे को वाई डैश, वाई कला सॉरी। सो इत्थे आ जाएगा 1 2 3 4 एंड 5 आ जाएगा। हुण देखो पहली इक्वेशन बनाऊंगा, एक्स साडे को पहला 4 आ, फिर वाई 0, एक्स 4 तो वाई वाल नूं जाना ही नहीं असीं। सो इहदा मतलब इत्थे आ जाएगा एक्स 4 वाई 0 आ साडा। उस तो बाद एक्स साडा 2 आ ते वाई 1 आ, एक्स 2 ते वाई 1। तुसीं तो देख सकते हैं कि एक्स साडा थल्ले नूं 2 आ ते वाई इधर नूं 1 वा। सो साडा ये पहली लाइन जिहड़ी आ इत्थे बनेगी। सो असीं इहनूं ड्रॉ कर दिंदे हां। साडे को इस तरीके नाल जिहड़ी पहली लाइन जिहड़ी असीं ड्रॉ कर सकते हां। सो इस तरीके नाल साडे को लाइन जिहड़ी इस तरीके नाल ड्रॉ हो जाएगी। तुसीं भी जदों ड्रॉ करोगे स्केल रख के प्रॉपर वधिया तरीके नाल तुसीं इहनूं ड्रॉ कर देना वा, ते ये जिहड़ी लाइन तुहाडी हैगी आ
ਇਹਦੇ ਉੱਪਰ ਤੁਸੀਂ ਮੈਂਸ਼ਨ ਕਰ ਦੇਣਾ ਕਿ ਕਿਹੜੀ ਲਾਈਨ ਆ। ਪਹਿਲੀ ਲਾਈਨ ਸੀਗੀ ਸਾਡੇ ਕੋਲ x + 2y, ਸਾਡੇ ਕੋਲ ਸੀਗਾ x + 2y - 4 = 0। ਉਸ ਤੋਂ ਬਾਅਦ ਸੈਕੰਡ ਲਾਈਨ ਦੇਖੋ x 6 ਵਾ y 0, x 6 ਐਂਡ y 0, ਆ ਸਾਡਾ ਇੰਨਾ ਆ ਜਾਏਗਾ x 6 ਤੇ y 0। ਉਸ ਤੋਂ ਬਾਅਦ x 4 ਆ ਤੇ y 1, x 4 ਐਂਡ y 1। ਸੋ ਆ ਸਾਡੇ ਕੋਲ ਜਿਹੜੀ ਲਾਈਨ ਇਸ ਤਰੀਕੇ ਨਾਲ ਬਣ ਜਾਏਗੀ x 4 ਤੇ y 1। ਪੁਆਇੰਟ ਤੁਸੀਂ ਇੱਥੇ ਵੀ ਲਿਖ ਸਕਦੇ ਆ ਕਿ ਆਹ ਵਾਲਾ ਪੁਆਇੰਟ ਕਿੰਨਾ ਵਾ, ਦਿਸ ਪੁਆਇੰਟ ਇਜ਼ 2,1। ਪਹਿਲਾਂ x ਲਿਖਣਾ ਵਾ ਫਿਰ y ਲਿਖਣਾ, ਸੋ ਤੁਸੀਂ ਲਿਖ ਸਕਦੇ ਆ। ਸੋ ਮੇਰੇ ਕੋਲ ਇਹ 2 ਪੁਆਇੰਟ ਆ ਗਏ ਆ। ਸੋ ਮੈਂ ਇਹਨਾਂ ਦੀ ਜਿਹੜੀ ਲਾਈਨ ਵਾ ਉਹ ਵੀ ਡਰਾ ਕਰ ਦੂੰਗਾ ਇੱਥੇ। ਸੋ ਮੈਂ ਦੂਜੀ ਲਾਈਨ ਤੁਸੀਂ ਆਪਣੇ ਪੈਨਸਲ ਦੇ ਨਾਲ ਡਰਾ ਕਰੋਗੇ ਇਹ ਸਾਰਾ ਕੁਝ। ਸੋ ਜਦੋਂ ਤੁਸੀਂ ਇਹਨੂੰ ਡਰਾ ਕਰੋਗੇ ਤੁਹਾਡੇ ਕੋਲ ਇਸ ਤਰੀਕੇ ਨਾਲ ਇੱਥੇ ਲਾਈਨ ਆ ਜਾਏਗੀ। ਤੁਸੀਂ ਦੇਖੋਗੇ ਕਿ ਇਹ ਜਿਹੜੀਆਂ ਲਾਈਨਾਂ ਵਾ ਸਾਡੀਆਂ ਇਹ ਇੱਕ ਤਰੀਕੇ ਨਾਲ ਡਰਾ ਪ੍ਰੋਪਰ ਹੋਈ ਨਹੀਂ ਲਾਈਨ। ਸੋ ਅਸੀਂ ਦੇਖ ਲੈਂਦੇ ਇਹਦੇ ਵਿੱਚ ਕੁਝ ਸੋ ਲਾਈਨ ਜਿਹੜੀ ਆ ਅਸੀਂ ਡਰਾ ਕਰ ਲਾਂਗੇ ਇੱਥੋਂ ਇਦਾਂ ਕਰਕੇ। ਸੋ ਇਸ ਤਰੀਕੇ ਨਾਲ ਸਾਡੀ ਇਹ ਬਿਲਕੁਲ ਇੱਕ ਸਮਾਂਤਰ ਰੇਖਾ ਜਿਹੜੀ ਆ ਉਹ ਆ ਜਾਏਗੀ। ਸੋ ਇਹਦਾ ਵੀ ਅਸੀਂ ਜਿਹੜੀ ਇਕੁਏਸ਼ਨ ਆ ਉਹਦੇ ਉੱਪਰ ਲਿਖ ਦਾਂਗੇ। ਸਾਡੇ ਕੋਲ ਆ ਜਾਏਗਾ 2x + 4y - 12। ਸੋ ਮੈਂ ਇਹਦੇ ਉੱਪਰ ਲਿਖ ਦੂੰਗਾ 2x - 4y + 12 = 0 ਜਿਹੜਾ ਵਾ ਮੇਰਾ ਉੱਪਰ ਮੈਂ ਲਿਖ ਕੇ। ਸੋ ਇਹ ਪੈਰਲਲ ਲਾਈਨਸ ਆ ਜਾਣਗੀਆਂ। ਸੋ ਇਹ ਮੇਰਾ ਲੋੜੀਂਦਾ ਜਿਹੜਾ ਵਾ ਜਮਾਇਤੀ ਰੂਪ ਆ ਗਿਆ। ਸੋ ਮੈਂ ਇੱਥੇ ਮੈਂਸ਼ਨ ਕਰ ਦੂੰਗਾ ਕਿ ਲੋੜੀਂਦਾ ਜਮਾਇਤੀ ਰੂਪ। ਸੋ ਇਹ ਸਾਡਾ ਆਨਸਰ। ਸੋ ਉਸ ਤੋਂ ਬਾਅਦ ਤੁਸੀਂ ਕੋਈ ਇੱਕ ਅਟੈਂਪਟ ਕਰਨਾ ਵਾ, ਮੇਰੀ ਚੁਆਇਸ ਆ। ਜੇ ਇਦਾਂ ਦੇ ਕੋਈ ਤੁਹਾਨੂੰ 2 ਸਮ ਆ ਜਾਣ, ਕਿਉਂਕਿ ਸਿਮਿਲਰ ਜਿਹਾ ਤੁਹਾਡਾ ਜਿਹੜਾ ਵਾ ਸੈਂਪਲ ਪੇਪਰ ਦੇ ਤਰ੍ਹਾਂ ਹੀ ਤੁਹਾਡਾ ਪੇਪਰ ਆਏਗਾ। ਤੁਸੀਂ ਸਾਰੇ ਬੱਚਿਆਂ ਨੇ ਆਪਣੇ ਜਿਹੜੇ ਪੇजेस ਹੋਣਗੇ ਉਹਨਾਂ ਤੇ 3-4 ਪੇजेस ਤੇ ਗ੍ਰਾਫ ਵੀ ਲਗਾ ਸਕਦੇ ਤੁਸੀਂ ਪੇਸਟ ਕਰਕੇ। ਉਹਦੀ ਪਿਕਚਰਸ ਕਲਿੱਕ ਕਰਕੇ ਤੁਸੀਂ ਆਪਣੇ ਟੀਚਰਸ ਨੂੰ ਸੈਂਡ ਕਰਨੀਆਂ ਵਾ ਤੇ ਉਹ ਤੁਹਾਨੂੰ ਚੈੱਕ ਕਰਕੇ ਜਿਹੜਾ ਵਾ ਉਹ ਸੈਂਡ ਕਰਨਗੇ। ਸੋ ਸਾਡਾ ਲਾਸਟ ਇਸ ਸੈਂਪਲ ਪੇਪਰ ਦਾ ਕੁਐਸਚਨ ਜਿਹੜਾ ਵਾ ਉਹਦੇ ਵਿੱਚ ਜਾਂ ਵਾ ਸਾਡੇ ਕੋਲ ਇੱਥੇ। ਸੋ ਕੋਈ ਵੀ ਇੱਕ ਅਟੈਂਪਟ ਕਰਨਾ ਵਾ। ਸੋ ਪਹਿਲਾ ਕੁਐਸਚਨ ਸੋ ਮੈਂ ਸਿੰਪਲ ਦੱਸ ਦਿੰਦਾ ਕਿ ਸਾਡੇ ਕੋਲ ਗ੍ਰਾਫ ਆ, ਜਿੰਨੀ ਵਾਰੀ ਦੇਖੋ ਆ ਹੁੰਦਾ ਵਾ x ਧੁਰਾ, ਜਿੰਨੀ ਵਾਰੀ ਜਿਹੜਾ ਆ ਗ੍ਰਾਫ ਬਣਾਇਆ ਗਿਆ ਵਾ ਜਿੰਨੀ ਵਾਰੀ ਉਹ x ਧੁਰੇ ਨੂੰ ਟੱਚ ਕਰੂਗਾ। ਮੰਨ ਲਓ ਇੱਕ ਵਾਰੀ ਇੱਥੇ ਟੱਚ ਕਰ ਗਿਆ, ਇੱਕ ਵਾਰੀ ਇੱਥੇ ਕਰ ਗਿਆ, ਇੱਕ ਵਾਰੀ ਇੱਥੇ ਕਰ ਗਿਆ, 3 ਵਾਰੀ ਟੱਚ ਕਰ ਗਿਆ। ਇਹਦਾ ਮਤਲਬ ਇਹ ਜਿਹੜਾ ਗ੍ਰਾਫ ਆ 3 ਵਾਰੀ ਨਹੀਂ 4 ਟਾਈਮਸ ਕਰਕੇ ਗਿਆ, ਫਿਰ ਨੀਚੇ ਆਇਆ ਵਾ। ਸੋ ਇਹ 4 ਟਾਈਮ ਕਰ ਗਿਆ, ਇਹਦਾ ਮਤਲਬ ਇਹਦਾ ਜਿਹੜਾ ਆਨਸਰ ਵਾ ਉਹ ਇੱਥੇ ਆਏਗਾ। ਉਸ ਤੋਂ ਬਾਅਦ ਇਹ ਦੇਖੋ ਜਿਹੜਾ ਇਹ ਗ੍ਰਾਫ ਆ ਇਹ ਕਿਤੇ ਵੀ ਟੱਚ ਕਰਕੇ ਕਿੰਨੇ ਸਿੱਧਾ ਹੀ ਨਿਕਲ ਗਿਆ। ਸੋ ਇਹਦਾ ਮਤਲਬ ਇਹ 0 ਵੱਲ ਜਾਏਗਾ। ਤੁਸੀਂ ਇਹਨੂੰ ਇਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਗ੍ਰਾਫ ਬਣਾਉਣ ਦੀ ਲੋੜ ਨਹੀਂ। ਮੈਂ ਕਹਿੰਦਾ ਹੁੰਦਾ ਕਿ ਤੁਸੀਂ ਸਿੰਪਲ ਇਹਨੂੰ A ਬਣਾ ਦਿਓ, ਇਹਨੂੰ B ਬਣਾ ਦਿਓ, ਇਹਨੂੰ C ਬਣਾ ਦਿਓ, ਇਹਨੂੰ D ਬਣਾ ਦਿਓ। ਠੀਕ ਹੈ, ABCD ਬਣਾਤਾ ਤੇ ਇਧਰਲੇ ਬੰਨੇ ਲਿਖ ਦਿਓ 1, ਜਾਂ ਤੁਸੀਂ ਸਿੰਪਲੀ ਇਸ ਤਰੀਕੇ ਨਾਲ ਲਿਖ ਸਕਦੇ। ਜੇ ਮੈਂ ਤੁਹਾਨੂੰ ਸਿੰਪਲ ਦੱਸਾਂ, ਬੱਚਿਆਂ ਨੂੰ ਮੈਂ ਨਾਰਮਲੀ ਕਹਿੰਦਾ ਨਾ ਕਿ ਤੁਸੀਂ ਇੱਧਰ ਕੋਈ ਵੀ ਪਾਰਟ ਪਾ ਦਿਓ ਕਿ ਇਹ ਫਸਟ ਰੋਮਨ ਲੈਂਗੁਏਜ, ਆ ਸੈਕਿੰਡ, ਇਹ ਥਰਡ, ਇਹ ਫੋਰਥ। ਠੀਕ ਹੈ, ਜਾਂ ਤਾਂ ਐਰੋਜ਼ ਨਾਲ ਅਟੈਂਪਟ ਕਰ ਦਿਓ ਜਾਂ ਫਿਰ ਮੈਂ ਇਹਨਾਂ ਨੂੰ ਇਦਾਂ ਕਹਿੰਦਾ ਹੁੰਦਾ ਕਿ ਇਹ A, ਆ B, ਆ C ਤੇ ਆ D। ਦੂਜਾ ਤਰੀਕਾ ਮੈਂ ਤੁਹਾਨੂੰ ਦੱਸਦਾ, ਪਹਿਲਾਂ ਐਰੋ ਵਾਲਾ ਸਮਝਾ ਦੇਵਾਂ। ਦੇਖੋ ਆ ਤੁਹਾਨੂੰ ਸਮਝਾਤਾ। ਹੁਣ ਇੱਥੋਂ ਦੇਖੋ ਸਾਡਾ ਗ੍ਰਾਫ ਜਿਹੜਾ ਤੀਜਾ ਵਾ ਇਹ ਸਾਡਾ ਇੱਥੇ ਟੱਚ ਕੀਤਾ, ਫਿਰ ਨੀਚੇ ਆਇਆ, ਫਿਰ ਉੱਪਰ ਗਿਆ। ਇੱਕ ਵਾਰੀ ਇੱਥੇ ਟੱਚ ਕੀਤਾ, ਇੱਕ ਵਾਰੀ ਇੱਥੇ, ਇੱਕ ਵਾਰੀ ਇੱਥੇ, 3 ਟਾਈਮਸ ਟੱਚ ਕੀਤਾ। ਇਹਦਾ ਮਤਲਬ ਇਹਦਾ ਆਨਸਰ ਜਿਹੜਾ ਵਾ ਇਹ 3 ਆਏਗਾ। ਉਸ ਤੋਂ ਬਾਅਦ ਜਿਹੜਾ ਇਹ ਵਾ ਇਹ ਸਾਡੇ ਕੋਲ ਇੱਕ ਇਸ ਤਰੀਕੇ ਨਾਲ ਬਣਿਆ, ਇਦਾਂ ਟੱਚ ਕਰਕੇ ਗਿਆ, ਸਿਰਫ 2 ਵਾਰੀ ਟੱਚ ਕੀਤਾ। ਸੋ ਸਾਡਾ ਇਹਦਾ ਜਿਹੜਾ ਆਨਸਰ ਆ ਜਿਹੜਾ ਬਚ ਗਿਆ ਉਹ ਆਏਗਾ, ਆ 2 ਟਾਈਮਸ ਆ ਜਾਏਗਾ। ਸੋ ਬਟ ਮੈਂ ਨਾਰਮਲੀ ਤੁਹਾਨੂੰ ਸੁਜੈਸਟ ਕਰੂੰਗਾ ਤੁਸੀਂ ਗ੍ਰਾਫ ਬਣਾਉਣ ਲੱਗ ਪੈਣਾ ਐਵੇਂ ਪੇਪਰ ਦੇ ਵਿੱਚ, ਟੋਟਲ ਟਾਈਮ ਵੇਸਟ। ਸੋ ਸਿੰਪਲ ਤੁਸੀਂ ਇਸ ਤਰੀਕੇ ਨਾਲ ਨੰਬਰਿੰਗ ਪਾਓ। ਤੁਸੀਂ ਕਹੋ ਕਿ y = px, ਇੱਧਰ ਸਿਫਰਾਂ ਦੀ ਗਿਣਤੀ, ਇਦਾਂ ਟੇਬਲ ਬਣਾਓ ਆਪਣੇ ਆਨਸਰ ਦੇ ਵਿੱਚ। ਇਹਦੇ ਵਿੱਚ ਤੁਸੀਂ ਫਸਟ ਪਾਓ, ਸੈਕਿੰਡ ਪਾਓ, ਥਰਡ ਪਾਓ, ਫੋਰਥ ਪਾਓ। ਠੀਕ ਹੈ ਜੀ, ਇੱਥੇ A ਲਿਖ ਦਿਓ, B ਲਿਖ ਦਿਓ, C ਲਿਖ ਦਿਓ ਤੇ D ਲਿਖ ਦਿਓ। ਸਿੰਪਲੀ ਅਟੈਂਪਟ ਕਰੋ, ਇਹਨੂੰ ਇਹਨਾਂ ਜੁਆਇਨ ਕਰ ਦਿਓ ਬੜੇ ਵਧੀਆ ਸਕੇਲ ਦੇ ਨਾਲ ਲਾਈਨ ਮਾਰ ਕੇ। ਸੈਕਿੰਡ ਦਾ ਤੁਹਾਡਾ ਫਸਟ ਆਇਆ ਵਾ, ਤੁਸੀਂ A ਟਿਕ ਕਰ ਦਿਓ। ਥਰਡ ਦਾ ਤੁਹਾਡਾ that is equal to 3 ਆਇਆ ਵਾ, ਮਤਲਬ ਆਹ ਵਾਲਾ ਆਪਸ਼ਨ ਆਈ ਹੈ ਤੁਹਾਡੇ ਕੋਲ ਥਰਡ ਦੀ।
ਸੋ ਤੁਸੀਂ ਥਰਡ ਨੂੰ ਇੱਥੇ ਪਿਕ ਕਰ ਸਕਦੇ ਆ ਤੇ ਫੋਰਥ ਦਾ ਤੁਹਾਡਾ ਇਹ ਆਇਆ ਵਾ, ਤੁਸੀਂ ਇੱਥੇ ਇਦਾਂ ਸਟ੍ਰੇਟ ਲਾਈਨ ਬਣਾ ਸਕਦੇ ਜਾਂ ਸੋ ਇੱਥੇ ਤੁਸੀਂ ਲਿਖ ਸਕਦੇ ਆ ਕਿ 12th ਦਾ ਹੱਲ। ਸੋ ਜਾਂ ਤੁਸੀਂ ਇਹਨੂੰ ਇਸੇ ਤਰੀਕੇ ਨੂੰ ਕਿੱਦਾਂ ਕਰ ਸਕਦੇ ਆ, ਸੇਮ ਇਦਾਂ ਹੀ ਫਸਟ ਤੇ ਕੀ ਲਿਖ ਦਿਓ ਕਿ ਫਸਟ ਦਾ ਡੀ ਆ, ਸੈਕੰਡ ਦਾ ਕੀ ਲਿਖ ਦਿਓ, ਠੀਕ ਆ। ਸੋ ਇਹ ਮੈਂ ਥੋੜਾ ਲੈਸ ਤੁਹਾਨੂੰ ਚੋਇਸ ਕਹੂੰਗਾ, ਤੁਸੀਂ ਇਸ ਤਰੀਕੇ ਨਾਲ ਅਟੈਂਪਟ ਕਰੋ, ਤੁਹਾਡੇ 4 ਮਾਰਕਸ ਕਿਤੇ ਨਹੀਂ ਗਏ, ਬੜੇ ਈਜ਼ੀਲੀ। ਉਸ ਤੋਂ ਬਾਅਦ ਜਿਹੜਾ ਜਾਂ ਵਾਲਾ ਪਾਰਟ ਅਸੀਂ ਦੇਖ ਲਈਏ। ਸੋ ਇਹ ਸਾਡੇ ਕੋਲ ਸੰਭਾਵਨਾ ਦਾ ਚੈਪਟਰ ਆ, ਬੜਾ ਈਜ਼ੀ ਆ। ਸੋ ਮੈਂ ਸਿੰਪਲ ਤੁਹਾਨੂੰ ਫੰਡਾ ਦੱਸੂਗਾ। ਇੱਕ ਡੱਬੇ ਦੇ ਵਿੱਚ 5 ਲਾਲ ਬੰਟੇ ਆ, ਸੋ ਅਸੀਂ ਕਹਾਂਗੇ ਲਾਲ ਬੰਟਿਆਂ ਦੀ ਗਿਣਤੀ, ਜਿਹੜੀ ਗਿਣਤੀ ਆ ਉਹ ਸਾਡੇ ਕੋਲ ਕਿੰਨੀ ਆ, ਉਹ 5 ਵਾ। ਉਸ ਤੋਂ ਬਾਅਦ ਚਿੱਟੇ ਬੰਟਿਆਂ ਦੀ ਗਿਣਤੀ, ਚਿੱਟੇ ਬੰਟਿਆਂ ਦੀ ਗਿਣਤੀ ਉਹ ਸਾਡੇ ਕੋਲ ਕਿੰਨੀ ਆ, 8 ਵਾ। ਤੇ ਹਰੇ ਬੰਟਿਆਂ ਦੀ ਗਿਣਤੀ ਤੁਸੀਂ ਇਦਾਂ ਲਿਖ ਦੇਣਾ, ਮੈਂ ਲਾਈਨ ਪ੍ਰੋਪਰ ਮਾਰ ਦੇਣਾ 4। ਸੋ ਕੁੱਲ ਬੰਟੇ ਜਿਹੜੇ ਡੱਬੇ ਵਿੱਚ ਕਿੰਨੇ, ਕੁੱਲ ਬੰਟੇ ਕਿੰਨੇ ਆ ਸਾਡੇ ਕੋਲ, 5 ਜਮਾ 8 ਜਮਾ 4, 8 4 12 4 16 ਤੇ 17 ਬੰਟੇ ਸਾਡੇ ਕੋਲ ਹੋ ਗਏ ਇੱਥੇ, 5 17 ਬੰਟੇ। ਸੋ ਸਾਡੇ ਕੋਲ ਸੰਭਾਵਨਾ ਕਿਹਦੀ ਪੁੱਛੀ ਗਈ ਹੈ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ। ਸੋ ਪਹਿਲੇ ਪਾਰਟ ਦੇ ਵਿੱਚ ਸਾਡੇ ਕੋਲ ਜਿਹੜੀ ਸੰਭਾਵਨਾ ਵਾ, ਸੋ ਸੰਭਾਵਨਾ ਨੂੰ ਅਸੀਂ ਸੰਭਾਵਨਾ ਵੀ ਲਿਖ ਸਕਦੇ ਹਾਂ, ਲਾਲ ਬੰਟੇ ਦੀ ਸੰਭਾਵਨਾ। ਕਹਿੰਦੇ ਪਤਾ ਕਰੋ ਕੱਢਿਆ ਗਿਆ ਬੰਟਾ ਜਿਹੜਾ ਉਹ ਲਾਲ ਹੈ, ਸੋ ਲਾਲ ਬੰਟੇ ਦੀ ਸੰਭਾਵਨਾ ਵੀ ਤੁਸੀਂ ਲਿਖ ਸਕਦੇ ਆ। ਸੋ ਮੈਂ ਸਿੰਪਲੀ ਲਿਖੂੰਗਾ ਪੀ ਦਾ ਮਤਲਬ ਹੁੰਦਾ ਪ੍ਰੋਬੇਬਿਲਿਟੀ ਨੂੰ ਪੰਜਾਬੀ 'ਚ ਕਹਿੰਦੇ ਆ ਸੰਭਾਵਨਾ। ਸੋ ਮੈਂ ਇਹਦੇ ਵਿੱਚ ਲਿਖ ਦੂੰਗਾ ਲਾਲ ਬੰਟਾ। ਸੋ ਲਾਲ ਬੰਟੇ ਦੀ ਜਿਹੜੀ ਸਾਡੇ ਕੋਲ ਸੰਭਾਵਨਾ ਆ ਜਾਏਗੀ, ਉਹਦਾ ਤਰੀਕਾ ਮੈਂ ਸਿੰਪਲ ਦੱਸੂਗਾ, ਕੋਈ ਫਾਰਮੂਲਾ ਨਹੀਂ ਲਿਖਾਊਂਗਾ, ਨੰਬਰ ਤੁਹਾਨੂੰ ਪੂਰੇ ਮਿਲਣਗੇ। ਸੋ ਲਾਲ ਬੰਟੇ ਡੱਬੇ 'ਚ ਹੈ ਕਿੰਨੇ ਆ, 5 ਬੰਟੇ ਲਾਲ ਵਾ, ਤੁਸੀਂ 5 ਉੱਪਰ ਪਾ ਦਿੰਦੇ ਆ ਤੇ ਟੋਟਲ ਨੀਚੇ 17 ਪਾ ਦੇਣਾ, ਮਤਲਬ ਕੁੱਲ ਬੰਟੇ ਕਿੰਨੇ ਆ। ਸੋ ਤੁਹਾਡਾ ਇੱਥੇ ਇੱਕ ਨੰਬਰ ਜਿਹੜਾ ਵਾ ਆਈਡੀ ਨਾਲ ਬਣ ਜਾਏਗਾ, ਕਿਉਂਕਿ 3 ਨੰਬਰ ਆ, ਤਕਰੀਬਨ 3 ਨੰਬਰ ਤੁਹਾਨੂੰ ਮਿਲਣੇ ਆ। ਉਸ ਤੋਂ ਬਾਅਦ ਸੈਕੰਡ ਪਾਰਟ ਮੈਂ ਪ੍ਰੋਬੇਬਿਲਿਟੀ ਅਗੇਨ ਸੰਭਾਵਨਾ, ਪੀ ਦਾ ਮਤਲਬ ਹੁੰਦਾ ਸੰਭਾਵਨਾ ਚਿੱਟੇ ਬੰਟੇ ਦੀ। ਸੋ ਮੈਂ ਲਿਖੂੰਗਾ ਚਿੱਟਾ ਬੰਟਾ ਸਾਡੇ ਕੋਲ ਕਿੰਨਾ ਆ ਜਾਏਗਾ, ਇੱਥੇ ਚਿੱਟੇ ਬੰਟੇ ਸਾਡੇ ਕੋਲ ਕਿੰਨੇ ਆ, ਡੱਬੇ ਦੇ ਵਿੱਚ 8, ਜਿੰਨੇ ਬੰਟੇ ਵਿੱਚ ਵਾ ਉੱਪਰ ਲਿਖਾਂਗੇ ਤੇ ਕੁੱਲ ਬੰਟੇ ਸਾਡੇ ਜਿਹੜੇ ਆ ਉਹ ਨੀਚੇ ਆ ਜਾਣਗੇ, ਉਹ 17 ਵਾ ਸਾਡੇ ਕੋਲ ਕੁੱਲ ਬੰਟੇ। ਉਸ ਤੋਂ ਬਾਅਦ ਤੀਜਾ ਪਾਰਟ, ਸੋ ਮੈਂ ਇੱਥੇ ਲਿਖ ਦਿੰਦਾ, ਫਿਰ ਪੀ ਲਿਖੂੰਗਾ ਸਾਡੇ ਕੋਲ ਹਰਾ ਨਹੀਂ। ਸੋ ਹਰਾ ਨਹੀਂ ਤੁਹਾਨੂੰ ਮੈਂ ਪਹਿਲਾਂ ਜਿਹੜਾ ਵੈਰੀ ਸ਼ਾਰਟ ਕਰਾਇਆ ਸੀ ਉਹਦੇ ਵਿੱਚ ਲਿਖਿਆ ਸੀ ਕਿ ਪੀ ਪਲੱਸ ਪੀ ਨਹੀਂ, ਉਹਦੀ ਸੰਭਾਵਨਾ ਜਿਹੜੀ ਆ ਉਹ 1 ਹੁੰਦੀ ਆ। ਤੁਸੀਂ ਇਸ ਫਾਰਮੂਲੇ ਨਾਲ ਵੀ ਕਰ ਸਕਦੇ ਆ ਕਿ ਈ ਨਹੀਂ ਦੀ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਆ, ਤੁਸੀਂ ਜਿਹੜਾ ਇਹਨੂੰ ਉਧਰ ਲੈ ਜਾਂਦੇ 1 - ਪੀ ਕਰ ਦਿੰਦੇ। ਸੋ ਇੱਥੇ ਕੀ ਆਇਆ, ਹਰਾ ਨਹੀਂ, ਤਾਂ ਅਸੀਂ ਕਹਾਂਗੇ 1 - ਪੀ ਹਰਾ ਬੰਟਾ ਕਹਿ ਸਕਦੇ ਹਾਂ, ਜਾਂ ਹਰਾ ਕੱਲਾ ਲਿਖ ਸਕਦੇ ਹਾਂ, ਹਰਾ ਬੰਟਾ। ਸੋ ਦੇਖੋ ਸਾਡੇ ਕੋਲ 1 ਦੇ ਵਿੱਚੋਂ ਮਾਈਨਸ ਕਰਾਂਗੇ, ਹਰਾ ਬੰਟਾ ਕਿੰਨਾ ਵਾ, ਹਰੇ ਬੰਟੇ ਕਿੰਨੇ ਸਾਡੇ ਕੋਲ 4 ਬਟਾ ਕੁੱਲ ਬੰਟੇ ਕਿੰਨੇ ਆ 17, ਤੇ ਇਹਦਾ ਅਸੀਂ ਐਲਸੀਐਮ ਲਵਾਂਗੇ। ਸੋ ਇੱਥੇ ਐਲਸੀਐਮ ਲੈਣ ਦਾ ਤਰੀਕਾ ਹੁੰਦਾ, ਇਹਨੂੰ ਇਦਾਂ ਕ੍ਰੋਸ ਕਰ ਦਿਓ, 17 × 17, ਇਹਦੇ ਥੱਲੇ ਕੁਛ ਨਹੀਂਗਾ 1 ਵਾ, ਇਹਨੂੰ ਇਦਾਂ ਕ੍ਰੋਸ ਕਰ ਦਿਓ, 1 ਚੌਕਾ 1 4 ਆ ਜਾਏਗਾ, ਬਟਾ ਤੁਹਾਡੇ ਕੋਲ 17 ਆ ਜਾਏਗਾ, 17 ਚੋਂ 4 ਕੱਟੇ ਗਏ ਤੁਹਾਡਾ 13 ਬਟਾ 17 ਆ ਜਾਏਗਾ। ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ, ਬਟ ਕਈਆਂ ਨੂੰ ਇਦਾਂ ਔਖਾ ਲੱਗਾ ਹੋਏਗਾ, ਸੋ ਮੈਂ ਇਹਦਾ ਦੂਜਾ ਹਿੱਸਾ ਵੀ ਕਰ ਦਿੰਦਾ ਕਿ ਜਾਂ ਕਿੱਦਾਂ ਕਰ ਸਕਦੇ ਹਾਂ। ਹਰਾ ਨਹੀਂ, ਸੋ ਹਰਾ ਬੰਟਾ ਨਹੀਂ, ਕਿੰਨੇ ਹਰੇ ਬੰਟੇ ਨਹੀਂ ਗਏ, ਦੇਖੋ ਸਾਡੇ ਕੋਲ ਹਰੇ ਬੰਟੇ ਸਿਰਫ 4 ਵਾ, ਤੇ ਨਹੀਂ ਬੰਟੇ ਹਰੇ ਕਿਹੜੇ ਆ, ਜਾਂ ਉਹ ਲਾਲ ਵਾ ਜਾਂ ਚਿੱਟੇ ਆ। 8 ਤੇ 5 ਕਿੰਨੇ ਬੰਟੇ ਬਣੇ, ਇਹ 13 ਬੰਟੇ ਬਣੇ, ਇਹਦਾ ਮਤਲਬ 13 ਬੰਟੇ ਇਦਾਂ ਦੇ ਆ ਜਿਹੜੇ ਹਰੇ ਨਹੀਂ ਹੈਗੇ। ਸੋ ਹਰੇ ਨਹੀਂ ਦੀ ਸੰਭਾਵਨਾ ਕਿੰਨੀ ਆ ਜਾਏਗੀ, 13 ਬਟਾ 17। ਉਸ ਤੋਂ ਬਾਅਦ ਦੇਖੋ 1 ਨੰਬਰ ਦਾ ਤਾਂ ਬਣਦਾ ਵਾ, ਇੱਕ ਪਾਰਟ 1 ਨੰਬਰ ਦਾ ਸਾਡਾ ਈਜ਼ੀਲੀ ਬਣਦਾ ਵਾ। ਸੋ ਜੇ ਆਪਾਂ ਇਹਨੂੰ ਇੱਥੇ ਗੱਲ ਕਰੀਏ ਤਾਂ ਤੁਸੀਂ ਇੱਥੇ ਸਿੰਪਲੀ ਇੱਕ ਫਾਰਮੂਲਾ ਸੰਭਾਵਨਾ ਦਾ ਐਡ ਕਰ ਸਕਦੇ ਆ। ਜੇ ਤੁਸੀਂ ਯਾਦ ਕਰ ਸਕਦੇ ਹੋ ਕਿ ਅਸੀਂ ਜਾਣਦੇ ਹਾਂ ਕਿ ਜਿਹੜੀ ਪ੍ਰੋਬੇਬਿਲਿਟੀ ਆ ਜਾਂ ਸੰਭਾਵਨਾ ਕਿਸੇ ਵੀ ਘਟਨਾ ਦੀ, ਘਟਨਾ ਈ ਲਿਖ ਸਕਦੇ ਇਹਦੇ ਵਿੱਚ, ਘਟਨਾ ਜਿੱਦਾਂ ਲਾਲ ਬੰਟੇ ਦੀ ਘਟਨਾ ਵਾ, ਘਟਨਾ ਈ ਦੀ ਜਿਹੜੀ ਸੰਭਾਵਨਾ ਵਾ ਸਾਡੀ, ਉਹਦਾ ਫਾਰਮੂਲਾ ਹੁੰਦਾ ਵਾ ਕਿ ਸੰਭਵ ਪਰਿਣਾਮਾਂ ਦੀ ਗਿਣਤੀ, ਸੰਭਵ ਪਰਿਣਾਮਾਂ
ਦੀ ਗਿਣਤੀ। ਠੀਕ ਹੈ, ਜਿੱਦਾਂ ਮਤਲਬ ਅਸੀਂ ਇੱਕ ਡੱਬੇ ਦੇ ਵਿੱਚੋਂ ਮੰਨ ਲਓ ਕਿੰਨੀਆਂ ਬੋਲਾਂ ਕੁੱਲ ਸੀਗੀਆਂ, ਉਹਦੇ ਵਿੱਚੋਂ ਕੁੱਲ ਬੋਲਾਂ 17 ਸੀਗੀਆਂ, ਮਤਲਬ ਉਹ ਸੰਭਵ ਸੀਗੇ ਸਾਡੇ। ਅਸੀਂ ਵੱਧ ਤੋਂ ਵੱਧ ਕਿੰਨੇ ਤਰ੍ਹਾਂ ਦੀਆਂ ਬੋਲਾਂ ਜਿਹੜੀਆਂ ਵਿੱਚ ਵਾ, ਸੰਭਵ ਪਰਿਣਾਮਾਂ ਦੀ ਗਿਣਤੀ। ਥੋੜਾ ਜਿਹਾ ਲਿਖਣ ਦੇ ਵਿੱਚ ਦਿੱਕਤ ਆ ਰਹੀ ਹੈ, ਬਟ ਤੁਸੀਂ ਮੇਰੀ ਸਾਊਂਡ ਦੇ ਨਾਲ ਜਦੋਂ ਕਨੈਕਟ ਕਰੋਗੇ ਤੁਹਾਨੂੰ ਈਜ਼ੀਲੀ ਲਿਖਿਆ ਸਮਝ ਆਏਗਾ। ਸੰਭਵ ਪਰਿਣਾਮਾਂ ਦੀ ਗਿਣਤੀ। ਉੱਪਰ ਸਾਡੇ ਕੋਲ ਆ ਜਾਏਗਾ ਘਟਨਾ ਈ ਨਾਲ ਸੰਬੰਧਿਤ ਪਰਿਣਾਮਾਂ ਦੀ ਗਿਣਤੀ। ਜਿਵੇਂ ਅਸੀਂ ਹਰ ਪਾਰਟ ਦੇ ਵਿੱਚ ਇਦਾਂ ਹੀ ਕੀਤਾ ਵਾ ਕਿ ਸਾਨੂੰ ਉਹਨਾਂ ਨੇ ਕਿਹਾ ਵਾ ਕਿ ਲਾਲ ਬੰਟੇ ਕਿੰਨੇ ਆ। ਦੇਖੋ ਕੁੱਲ ਪਰਿਣਾਮ ਕਿੰਨੇ ਆ, 17 ਤਰ੍ਹਾਂ ਦੀਆਂ ਬੋਲਾਂ ਵਿੱਚ ਪਈਆਂ ਵਾ। ਮੇਰੀ ਘਟਨਾ ਕਿੰਨੀ ਆ, ਲਾਲ ਬੰਟੇ ਦੀ। ਇਹਦਾ ਮਤਲਬ 5 ਬੋਲਾਂ ਮੇਰੇ ਵੱਲ ਦੀਆਂ ਵਾ ਜਿਹੜੀਆਂ ਉਹ ਡੱਬੇ ਦੇ ਵਿੱਚ ਵਾ। ਸੋ ਇਸ ਕਰਕੇ ਮੈਂ ਲਿਖਦਾ ਸੰਭਾਵਨਾ 5/12। ਸਿਮਿਲਰਲੀ ਮੈਂ ਚਿੱਟੇ ਬੰਟੇ ਦੇ ਤਰੀ ਕਰਦਾ ਵਾਂ ਕਿ ਮੇਰੇ ਵੱਲ ਦੀਆਂ ਜਿਹੜੀਆਂ ਘਟਨਾਵਾਂ ਵਾ, ਮੇਰੀ ਘਟਨਾ ਜਿਹੜੀ ਆ ਉਹ ਚਿੱਟਾ ਬੰਟਾ ਵਾ। ਸੋ ਮੇਰੀ ਚਿੱਟੇ ਬੰਟੇ ਨਾਲ ਸੰਬੰਧਿਤ ਘਟਨਾ ਦੀਆਂ ਕਿੰਨੀਆਂ ਇਹਦੇ ਵਿੱਚ ਸੰਭਵ ਆ, ਉਹ 8 ਵਾ। ਇਸ ਕਰਕੇ ਕੁੱਲ ਕਿੰਨੀਆਂ ਵਾ ਥੱਲੇ, ਸੰਭਵ ਕੁੱਲ ਸੰਭਵ ਪਰਿਣਾਮਾਂ ਦੀ ਗਿਣਤੀ ਤੁਸੀਂ ਇੱਥੇ ਲਿਖ ਸਕਦੇ। ਜੇ ਹੋਰ ਥੋੜਾ ਜਿਹਾ ਵਧੀਆ ਕਰਨਾ ਹੋਵੇ ਅਸੀਂ ਇੱਥੇ ਲਿਖ ਸਕਦੇ ਹਾਂ ਕੁੱਲ ਸੰਭਵ ਪਰਿਣਾਮਾਂ ਦੀ ਗਿਣਤੀ। ਸੋ ਇਹ ਸਾਡਾ ਫਾਰਮੂਲਾ ਵਾ। ਸੋ ਮੈਂ ਆਈਡੀਆ ਲਾਉਣਾ ਕਿ 1 ਨੰਬਰ ਇਹਦਾ, 1 ਨੰਬਰ ਇਹਦਾ, 1 ਨੰਬਰ ਇਹਦਾ ਤੇ 1 ਨੰਬਰ ਇਹਦਾ। ਸੋ ਤੁਹਾਡੇ 4 ਨੰਬਰ ਪੂਰੇ ਬਣ ਜਾਣੇ। ਸੋ ਇਹ ਸਾਡਾ ਜਿਹੜਾ ਵਾ ਸੈਂਪਲ ਪੇਪਰ ਇਸ ਤਰੀਕੇ ਦਾ। ਜੇ ਇੱਕ ਅੱਧਾ ਸੈਂਪਲ ਪੇਪਰ ਅਸੀਂ ਹੋਰ ਤਿਆਰ ਕੀਤਾ ਤਾਂ ਤੁਹਾਨੂੰ ਉਹ ਸੈਂਪਲ ਪੇਪਰ ਲੈ ਕੇ ਅਸੀਂ ਕੱਲ ਹਾਜ਼ਰ ਹੋਵਾਂਗੇ। ਸੋ ਬਹੁਤ ਬਹੁਤ ਧੰਨਵਾਦ। ਇਹਨੂੰ 1-2 ਵਾਰੀ ਦੇਖ ਕੇ ਇਦਾਂ ਨਾਲ ਰਿਲੇਟਡ ਜਿਹੜੇ ਕੁਐਸਚਨਸ ਵਾ ਤੁਸੀਂ ਬੱਚਿਓ ਆਪਣੀ ਬੁੱਕ ਦੇ ਵਿੱਚੋਂ NCERT ਦੀ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਦੀ ਬੁੱਕ ਰਿਕਮੈਂਡਡ ਵਾ ਉਹਦੇ ਵਿੱਚੋਂ ਇਦਾਂ ਦੇ ਸਮ ਅਟੈਂਪਟ ਕਰੋ। ਤੇ ਜਿੱਦਾਂ ਤੁਹਾਨੂੰ ਅਟੈਂਪਟ ਕਰਾਇਆ ਇਦਾਂ ਤੁਸੀਂ ਪੇਪਰ ਅਟੈਂਪਟ ਕਰਕੇ ਭੇਜੋਗੇ ਤਾਂ ਤੁਹਾਡੇ ਜਿਹੜੇ ਆ ਪੂਰੇ ਨੰਬਰ ਆਉਣਗੇ। ਸੋ ਆਪਣੇ ਟੀਚਰਸ ਨੂੰ ਤੁਸੀਂ ਸਾਫ਼ ਪਿਕਚਰਸ ਕਲਿੱਕ ਕਰਕੇ ਭੇਜਣੀਆਂ ਨੇ, ਸੋ ਤਾਂ ਕਿ ਉਹ ਵਧੀਆ ਤਰੀਕੇ ਨਾਲ ਤੁਹਾਨੂੰ ਅਸੈਸ ਕਰ ਸਕਣ। ਸੋ ਇੱਕ ਪਾਰਟ ਤੁਸੀਂ ਅਟੈਂਪਟ ਕਰਨਾ ਜਿਹੜਾ 11ਵੇਂ 12ਵੇਂ ਚੋਂ। ਸੋ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ।